ਸਾਡੇ ਕੋਲੇ ਬੱਚੇ ਇੰਡਕਟਿਵ ਇਫੈਕਟ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਅਸੀਂ ਕੀ ਦਿੱਤਾ ਸੀ ਕਿ ਇਟ ਇਜ਼ permanent displacement of sigma electrons. It is permanent displacement of sigma electrons. And second point की इसी बच्चे, it is present in compounds ਜਿਹੜੇ ਹੈਗੇ ਆ, ਮੈਂ ਇਹਨਾਂ ਨੂੰ ਦੋ ਹਿੱਸਿਆਂ ਚ ਡਿਵਾਈਡ ਕਰ ਦਿੰਨਾ, ਜਾਂ ਤੇ ਉਹਦੇ ਵਿੱਚ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਲੱਗੇ ਹੋਣਗੇ ਜਾਂ ਉਹਦੇ ਚ ਇਲੈਕਟ੍ਰੋਨ ਡੋਨੇਟਿੰਗ ਗਰੁੱਪਸ ਲੱਗੇ ਹੋਣਗੇ। ਠੀਕ ਹੈ, ਆ ਜਾਣਨਾ ਬਹੁਤ ਜ਼ਰੂਰੀ ਹੈ ਕਿ ਜੇ ਸਾਡੇ ਕੋਲੇ ਇਲੈਕਟ੍ਰੋਨ ਡੋਨੇਟਿੰਗ ਗਰੁੱਪਸ ਲੱਗੇ ਆ ਤੇ ਫਿਰ ਸਾਡੇ ਕੋਲੇ ਕਿਹੜੇ ਤਰੀਕੇ ਦਾ ਇਫੈਕਟ ਬਣੇਗਾ, ਜਿੱਦਾਂ ਕਿ ਕੱਲ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਲਏ ਸੀ। ਫੋਰ ਐਗਜ਼ਾਮਪਲ ਅਸੀਂ ਐਗਜ਼ਾਮਪਲ ਲਈ ਸੀ ਇਸ ਤਰੀਕੇ ਨਾਲ, ਇਹਦੇ ਵਿੱਚ ਆਪਾਂ ਇੱਥੇ ਮੈਂ Br ਹੀ ਲਿਖ ਦੇਣਾ, ਠੀਕ ਹੈ, ਬ੍ਰੋਮੀਨ ਲਾਤੀ। ਹੁਣ ਇਹਨੂੰ ਤੁਸੀਂ ਬੈਲੈਂਸ ਕਰ ਰਹੇ ਹੋ ਕਾਰਬਨ ਨੂੰ, ਲੇਕਿਨ ਹੋ ਕੀ ਰਿਹਾ ਕਿ ਇਹਨੇ ਕੀ ਕੀਤਾ, ਮੈਂ ਇੱਕ ਹੋਰ ਕਾਰਬਨ ਇਹਦੇ ਨਾਲ ਲਾ ਦੇਣਾ। ਠੀਕ ਹੈ, ਹੁਣ ਇੱਥੇ ਇੱਕ ਪੁਆਇੰਟ ਹੋਰ ਪੜਨ ਵਾਲਾ ਕਿ ਇਹਨੇ ਕੀ ਕੀਤਾ ਕਿ ਪਰਮਾਨੈਂਟਲੀ ਡਿਸਪਲੇਸ ਕਰ ਲਏ ਇਲੈਕਟ੍ਰੋਨਸ ਆਪਣੇ ਵੱਲੋਂ, ਜਿਹਦੇ ਕਰਕੇ ਕੀ ਹੋਇਆ, ਜਿਹਦੇ ਕਰਕੇ ਕੀ ਹੋਇਆ ਕਿ ਸਾਡੇ Br ਦੇ ਉੱਤੇ ਡੈਲਟਾ ਨੈਗੇਟਿਵ ਚਾਰਜ ਆ ਗਿਆ, ਇੱਥੇ ਡੈਲਟਾ ਪੋਜ਼ਿਟਿਵ ਚਾਰਜ ਆ ਗਿਆ। ਮੈਂ ਤੁਹਾਨੂੰ ਕੱਲ ਸਮਝਾਇਆ ਸੀ ਕਿ ਡੈਲਟਾ ਪੋਜ਼ਿਟਿਵ ਇਲੈਕਟ੍ਰੋਨ ਡੈਫੀਸ਼ੀਐਂਸੀ ਹੈ, ਇਸ ਕਰਕੇ ਇਹਦੇ ਉੱਤੇ ਕੀ ਆ ਜਾਊਗਾ, ਡੈਲਟਾ ਪੋਜ਼ਿਟਿਵ। ਇਹਦੇ ਉੱਤੇ ਕੀ ਆ ਜਾਏਗਾ ਬੱਚੇ, ਡੈਲਟਾ ਪੋਜ਼ਿਟਿਵ। ਇਹਦੇ ਉੱਤੇ ਹੋਰ ਘਟ ਜਾਏਗਾ ਡੈਲਟਾ ਪੋਜ਼ਿਟਿਵ। ਮਤਲਬ ਕਿ ਅਸੀਂ ਡੈਲਟਾ ਇਜ਼ ਯੂਜ਼ਡ ਫॉर स्मॉल, ठीक है, ਇਹ ਹੋਰ ਸਮਾਲਰ ਹੁੰਦਾ ਜਾ ਰਿਹਾ। ਲੇਕਿਨ ਆਫਟਰ ਫੋਰਥ ਕਾਰਬਨ, ਸਾਨੂੰ ਫੋਰਥ ਕਾਰਬਨ ਤੋਂ ਬਾਅਦ ਤਕਰੀਬਨ ਸਾਨੂੰ ਇੰਡਕਟਿਵ ਇਫੈਕਟ ਸਾਨੂੰ ਨਹੀਂ ਮਿਲਦਾ। ਠੀਕ ਹੈ, ਹੁਣ ਜੇ ਅਸੀਂ ਇੱਥੇ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਲਾਇਆ ਚੇਨ ਦੇ ਨਾਲ, ਇੱਥੇ EWG ਲੱਗਾ ਹੋਇਆ, ਇਸ ਕਰਕੇ ਜਦੋਂ ਵੀ EWG ਲੱਗੇ ਹੋਣਗੇ ਮਤਲਬ ਕਿ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਲੱਗੇ ਹੋਣਗੇ, ਉਸ ਟਾਈਮ ਤੇ ਜਿਹੜਾ ਇਫੈਕਟ ਪੈਦਾ ਹੋਏਗਾ ਉਹਨੂੰ ਅਸੀਂ ਕੀ ਕਵਾਂਗੇ, ਦੈਟ ਇਜ਼ ਨੋਨ ਐਜ਼ ਨੈਗੇਟਿਵ ਇੰਡਕਟਿਵ ਇਫੈਕਟ। ਕਿਉਂਕਿ ਦੇਖੋ ਜੇ ਤੇ ਕਾਰਬਨ ਵੱਲ ਨੂੰ, ਐਂਡ ਦਿਸ ਇਜ਼ ਸੇਮ ਇਨ ਇਲੈਕਟ੍ਰੋਮੈਰਿਕ ਇਫੈਕਟ। ਇਲੈਕਟ੍ਰੋਮੈਰਿਕ ਇਫੈਕਟ ਦੇ ਵਿੱਚ ਵੀ ਕੀ ਹੋਏਗਾ ਕਿ ਜੇ ਤੇ ਕਾਰਬਨ ਵੱਲ ਨੂੰ ਇਲੈਕਟ੍ਰੋਨ ਕਲਾਊਡ ਸ਼ਿਫਟ ਹੋ ਰਿਹਾ, ਠੀਕ ਹੈ, ਕਾਰਬਨ ਵੱਲ ਨੂੰ ਇਲੈਕਟ੍ਰੋਨ ਕਲਾਊਡ ਸ਼ਿਫਟ ਹੋ ਰਿਹਾ, ਫਿਰ ਅਸੀਂ ਕਵਾਂਗੇ ਉਹਨੂੰ ਪੋਜ਼ਿਟਿਵ ਇੰਡਕਟਿਵ ਇਫੈਕਟ। ਐਂਡ ਇਸੇ ਕੇਸ ਦੇ ਵਿੱਚ ਜੇ ਅਸੀਂ ਇੱਥੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲਾ ਦਿੰਦੇ ਆ, EDG ਲਾ ਦਿੰਦੇ, ਫੋਰ ਐਗਜ਼ਾਮਪਲ ਬ੍ਰੋਮੀਨ ਕੱਟ ਕੇ, ਐਂਡ ਮੈਂ ਇਹਨਾਂ ਨੂੰ ਸਾਰੇ ਚਾਰजेस ਨੂੰ ਖਤਮ ਕਰ ਦਿੰਦਾ ਇੱਥੋਂ, ਐਂਡ ਸਾਡੇ ਕੋਲੇ ਕੀ ਹੋਏਗਾ, ਜੇ ਅਸੀਂ ਇੱਥੇ ਕੋਈ ਮੈਟਲ ਲਾ ਦਿੰਦੇ ਆ, ਮੈਟਲ ਹੀ ਲਿਖ ਦੇਣਾ, ਕੋਈ ਮੈਟਲ ਅਟੈਚ ਕਰਤਾ, ਕੋਈ ਵੀ ਮੈਟਲ। ਠੀਕ ਹੈ, ਹੁਣ ਕੀ ਹੋਏਗਾ ਕਿ ਮੈਟਲਸ ਆਰ ਇਲੈਕਟ੍ਰੋਪੋਜ਼ਿਟਿਵ, that's why carbon is more electronegative as compared to metals। ਹੁਣ ਕੀ ਹੋਏਗਾ ਕਿ ਸਾਡੇ ਕੋਲੇ ਇੰਡਕਟਿਵ ਇਫੈਕਟ ਆਪੋਜ਼ਿਟ ਚੱਲ ਜਾਏਗਾ। ਠੀਕ ਹੈ, ਇੰਡਕਟਿਵ ਕਿਹੜੇ ਪਾਸੇ ਨੂੰ ਚਲੇ ਗਿਆ, ਇਸ ਪਾਸੇ ਨੂੰ ਚਲੇ ਗਿਆ। ਹੁਣ ਕੀ ਹੋਊਗਾ, ਆ ਤੇ ਹੋ ਜਾਊਗਾ ਡੈਲਟਾ ਪੋਜ਼ਿਟਿਵ ਐਂਡ ਡੈਲਟਾ ਨੈਗੇਟਿਵ ਇੱਥੇ ਚਾਰਜ। ਉਸੇ ਤਰੀਕੇ ਨਾਲ ਇਹ ਅੱਗੇ ਵੀ ਚਾਰਜ ਸ਼ਿਫਟ ਕਰਦਾ ਜਾਊਗਾ ਡੈਲਟਾ। ਐਂਡ ਇਸ ਕੇਸ ਦੇ ਵਿੱਚ ਜਦੋਂ ਇਲੈਕਟ੍ਰੋਨ ਕਲਾਊਡ ਜਿਹੜਾ ਹੈਗਾ ਉਹ ਕਾਰਬਨ ਵੱਲ ਨੂੰ ਸ਼ਿਫਟ ਹੋ ਰਿਹਾ, ਉਸ ਟਾਈਮ ਤੇ ਅਸੀਂ ਉਸ ਇਫੈਕਟ ਨੂੰ ਕੀ ਕਹਿੰਦੇ ਹਾਂ, ਦੈਟ ਇਜ਼ ਨੋਨ ਐਜ਼ ਪੋਜ਼ਿਟਿਵ ਇੰਡਕਟਿਵ ਇਫੈਕਟ। ਇਹਦਾ ਮਤਲਬ ਕੀ ਆ ਕਿ ਇਲੈਕਟ੍ਰੋਨਸ ਦੀ ਮੂਵਮੈਂਟ ਦੇ ਉੱਤੇ, ਜਾਂ ਆਪਾਂ ਸਹੀ ਜਿਹੜਾ ਵਰਡ ਆ, ਇਲੈਕਟ੍ਰੋਨ ਦੀ ਡਿਸਪਲੇਸਮੈਂਟ ਦੇ ਬੇਸ ਤੇ ਅਸੀਂ ਇੰਡਕਟਿਵ ਇਫੈਕਟ ਨੂੰ ਵੀ ਦੋ ਹਿੱਸਿਆਂ 'ਚ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, one is negative inductive effect, second one is positive inductive effect, and ਤੁਹਾਨੂੰ ਪਤਾ ਹੀ ਹੈ ਬੱਚੇ, it is a permanent displacement of sigma electrons। next ਇਹਦੇ ਵਿੱਚ differentiate ਕਰ ਲੈਂਦੇ ਆ ਬੱਚੇ, differentiate ਕਰ ਲੈਂਦੇ ਆ। ਹੁਣ ਜੇ ਸਾਨੂੰ ਆ ਜਾਂਦਾ ਵਾ ਕਿ ਟਾਈਪਸ ਕਿਹੜੀਆਂ ਤੇ ਅਸੀਂ ਲਿਖਾਂਗੇ, first one is positive inductive effect। ਠੀਕ ਹੈ, ਇਧਰ ਅਸੀਂ negative inductive effect ਲਿਖ ਦਿੰਦੇ ਆ, positive inductive effect and negative inductive effect। ਸਾਡੇ ਕੋਲੇ ਦੋ ਟਾਈਪਸ ਆ, ਕਿਉਂਕਿ ਅਸੀਂ ਦੇਖਿਆ ਕਿ ਜਿਹਦੇ ਵਿੱਚ ਕਾਰਬਨ ਵੱਲ ਨੂੰ ਮੂਵ ਕਰ ਰਿਹਾ ਉਹਨੂੰ ਅਸੀਂ ਪੋਜ਼ਿਟਿਵ ਇੰਡਕਟਿਵ ਇਫੈਕਟ ਕਹਿ ਰਹੇ ਹਾਂ। ਇਹਦੇ ਵਿੱਚ ਲਿਖਾਂਗੇ ਅਰਾਈਜ਼ ਡਿਊ ਟੂ ਇਲੈਕਟ੍ਰੋਨ ਡੋਨੇਟਿੰਗ ਗਰੁੱਪਸ। ਠੀਕ ਹੈ, ਜਦੋਂ ਵੀ ਇੱਕ ਸਾਡੀ ਕਾਰਬਨ ਚੇਨ ਦੇ ਨਾਲ, ਮਤਲਬ ਕਿ ਕਾਰਬਨ ਦੀ ਪ੍ਰੋਪਰਟੀ ਆ ਉਹ ਕੈਟੀਨੇਸ਼ਨ ਕਰਦੀ ਹੈ, ਲੌਂਗ ਚੇਨਸ ਫਾਰਮ ਕਰਦੀ ਹੈ, ਜਦੋਂ ਵੀ ਸਾਡੇ ਕੋਲੇ ਜੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕੋਈ ਲੱਗਾ, ਉਸ ਟਾਈਮ ਪੋਜ਼ਿਟਿਵ ਇੰਡਕਟਿਵ ਇਫੈਕਟ ਹੋਏਗਾ, ਕਿਉਂਕਿ ਹੁਣ ਸਿਗਮਾ ਇਲੈਕਟ੍ਰੋਨਸ ਦੀ ਡਿਸਪਲੇਸਮੈਂਟ ਕਿਹੜੀ ਸਾਈਡ ਨੂੰ ਹੋ ਰਹੀ ਹੈ, ਕਾਰਬਨ ਵੱਲ ਨੂੰ ਹੋ ਰਹੀ ਹੈ, ਕਿਉਂਕਿ ਕਾਰਬਨ ਆਪਣੇ ਆਪ ਨੂੰ ਉਸ ਟਾਈਮ ਤੇ ਜ਼ਿਆਦਾ ਇਲੈਕਟਿਵ ਸ਼ੋ ਕਰ ਰਹੀ ਹੈ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਦੇ
ਕੰਪੈਰੀਜ਼ਨ ਦੇ ਵਿੱਚ। ਦੂਜਾ ਪੁਆਇੰਟ ਇਹਦੇ ਵਿੱਚ ਲਿਖ ਸਕਦੇ ਆ ਅਰਾਈਜ਼ ਡਿਊ ਟੂ ਇਲੈਕਟ੍ਰੋਨ ਵਿਡਰਾਇੰਗ ਗਰੁੱਪ। ਠੀਕ ਹੈ, ਹੁਣ ਇੱਥੇ ਜਿੰਨੇ ਵੀ ਹੋਣਗੇ ਆਪਾਂ ਅੱਗੇ ਐਗਜ਼ਾਮਪਲਸ ਨੂੰ ਦੇਖਾਂਗੇ। ਜੇ ਕੋਈ ਵੀ ਕਾਰਬਨ ਚੇਨ ਤੋਂ ਇਲੈਕਟ੍ਰੋਨਸ ਨੂੰ ਆਪਣੇ ਵੱਲ ਨੂੰ ਅਟਰੈਕਟ ਕਰ ਰਿਹਾ, ਸਿਗਮਾ ਇਲੈਕਟ੍ਰੋਨ ਨੂੰ ਜਾਂ ਸਿਗਮਾ ਕਲਾਊਡ ਨੂੰ, ਜਾਂ ਤੁਸੀਂ ਸਿਗਮਾ ਦੇ ਵਿੱਚ ਜਿਹੜੇ ਇਲੈਕਟ੍ਰੋਨ ਕਲਾਊਡ ਆ ਉਹ ਆਪਣੇ ਵੱਲ ਨੂੰ ਅਟਰੈਕਟ ਕਰ ਰਿਹਾ ਡਿਊ ਟੂ ਇਟਸ ਇਲੈਕਟ੍ਰੋਨੈਗੇਟਿਵ ਨੇਚਰ। ਕਿਉਂਕਿ ਹੁਣ ਤੁਸੀਂ ਦੇਖੋਗੇ ਕਿ ਆਪਾਂ ਜਦੋਂ ਕੈਮੀਕਲ ਬੌਂਡਿੰਗ ਕੀਤੀ ਸੀ ਉਸ ਟਾਈਮ ਤੇ ਵੀ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਕੀਤਾ ਸੀ ਕਿ sp ਹਾਈਬ੍ਰਿਡਾਈਜੇਸ਼ਨ, sp2 ਹਾਈਬ੍ਰਿਡਾਈਜੇਸ਼ਨ, sp3 ਹਾਈਬ੍ਰਿਡਾਈਜੇਸ਼ਨ, ਉਹਨਾਂ ਦੇ ਕੇਸ ਦੇ ਵਿੱਚ ਵੀ ਸਾਨੂੰ ਦੇਖ ਮਿਲਦੀ ਹੈ ਕਿ ਇੰਡਕਟਿਵ ਇਫੈਕਟ ਕਿਹੜੇ ਤਰੀਕੇ ਨਾਲ। ਜੇ ਤੇ sp3 ਆ ਤੇ ਸਾਨੂੰ ਪਤਾ ਕਿ ਅਸੀਂ ਕਹਿੰਦੇ ਆ ਕਿ ਇਲੈਕਟ੍ਰੋਨੈਗੇਟਿਵਿਟੀ ਕਦੋਂ ਕਾਰਬਨ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ, ਜਦੋਂ sp ਹਾਈਬ੍ਰਿਡਾਈਜ਼ਡ ਹੁੰਦਾ। ਇਹਦੇ ਵਿੱਚ ਦੇਖੋ ਕਿ ਜਿੰਨਾ s ਕਰੈਕਟਰ ਵੱਧਦਾ ਜਾਏਗਾ ਉਨੀ ਹੀ ਇਲੈਕਟ੍ਰੋਨੈਗੇਟਿਵਿਟੀ ਇਨਕਰੀਜ਼ ਹੁੰਦੀ ਜਾਂਦੀ ਹੈ। ਇਹਦੇ ਵਿੱਚ ਦੇਖੋ 50% s ਕਰੈਕਟਰ ਹੈ ਐਂਡ 50% p ਕਰੈਕਟਰ ਹੈ। ਇਹਦੇ ਵਿੱਚ ਦੇਖੋ 33.33% ਜਿਹੜਾ ਹੈਗਾ ਉਹ s ਕਰੈਕਟਰ ਹੈ। ਇਹਦੇ ਵਿੱਚ ਕਿੰਨਾ 25% ਸਾਡੇ ਕੋਲ s ਕਰੈਕਟਰ ਹੈ। ਇਹਦਾ ਮਤਲਬ ਕਿ ਜਦੋਂ ਤੁਹਾਨੂੰ ਦੇਖਣ ਤੇ ਮਹਿਸੂਸ ਹੋਏਗਾ ਕਿ sp3 ਨਾਲੋਂ sp2 ਹਾਈਬ੍ਰਿਡਾਈਜੇਸ਼ਨ ਵੀ ਸਾਨੂੰ ਅੱਗੇ ਕਾਰਬਨ ਦਿਖੇਗਾ ਤੇ ਉਸ ਟਾਈਮ ਤੇ ਵੀ ਇੰਡਕਟਿਵ ਇਫੈਕਟ ਹੋਏਗਾ, ਲੇਕਿਨ ਉਹ ਬਹੁਤ ਸਮਾਲ ਹੋਏਗਾ। ਜੇ sp ਹਾਈਬ੍ਰਿਡਾਈਜੇਸ਼ਨ ਆ ਮਤਲਬ ਕਿ ਕਿਤੇ ਟ੍ਰਿਪਲ ਬੌਂਡ ਜਾਂਦਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਜਿਹੜਾ ਹੈਗਾ ਟ੍ਰਿਪਲ ਬੌਂਡ ਆ ਉਸ ਵਾਲੇ ਪਾਸੇ ਨੂੰ ਵੀ ਇਲੈਕਟ੍ਰੋਨ ਕਲਾਊਡ ਮੂਵ ਹੋਣਗੇ, ਉਹਦੇ ਵਿੱਚ ਵੀ ਤੁਹਾਨੂੰ ਇੰਡਕਟਿਵ ਇਫੈਕਟ ਦੇਖਣ ਨੂੰ ਮਿਲੇਗਾ। ਠੀਕ ਹੈ, ਹੁਣ ਸਾਡੇ ਕੋਲੇ ਆਉਂਦਾ ਬੱਚੇ ਦੂਜਾ ਪੁਆਇੰਟ ਆ ਡਿਸਪਲੇਸਮੈਂਟ ਟੇਕਸ ਪਲੇਸ। ਡਿਸਪਲੇਸਮੈਂਟ ਜਿਹੜੀ ਹੈਗੀ ਆ takes place towards the carbon atoms। ਇਹਦਾ ਮਤਲਬ ਕੀ ਆ ਕਿ ਜੇ ਸਾਡੇ ਕੋਲੇ ਕਾਰਬਨ ਐਂਡ ਇਹਦੇ ਨਾਲ ਕੋਈ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲੱਗਾ ਤੇ ਸਾਡੇ ਕੋਲ ਮੂਵਮੈਂਟ ਕਿਹੜੇ ਪਾਸੇ ਨੂੰ ਹੋ ਰਹੀ ਹੈ, ਸਿਗਮਾ ਇਲੈਕਟ੍ਰੋਨਸ ਦੀ ਕਾਰਬਨ ਵਾਲੀ ਸਾਈਡ ਨੂੰ, ਐਂਡ ਦਿਸ ਇਜ਼ ਨੋਨ ਐਜ਼ ਪੋਜ਼ਿਟਿਵ ਇੰਡ ਇਫੈਕਟ। ਠੀਕ ਹੈ, ਆਪਾਂ ਇੱਥੇ ਲਿਖ ਸਕਦੇ ਹਾਂ ਕਿ ਡਿਸਪਲੇਸਮੈਂਟ, ਇਹ ਤੁਹਾਨੂੰ ਪਤਾ ਹੀ ਹੈ ਕਿ ਡਿਸਪਲੇਸਮੈਂਟ ਕਿਹੜੀ ਚੀਜ਼ ਦੀ ਹੋ ਰਹੀ ਹੈ, ਡਿਸਪਲੇਸਮੈਂਟ ਆਫ ਸਿਗਮਾ ਇਲੈਕਟ੍ਰੋਨਸ ਦੀ ਹੋ ਰਹੀ ਹੈ। ਡਿਸਪਲੇਸਮੈਂਟ ਟੇਕਸ ਪਲੇਸ against the carbon atom ਵੀ ਲਿਖ ਸਕਦੇ ਹੋ ਬੱਚੇ ਤੁਸੀਂ, ਐਂਡ ਕਾਰਬਨ ਚ ਲਿਖ ਸਕਦੇ ਹੋ, ਐਂਡ ਮੈਂ ਕਾਰਬਨ ਐਟਮ ਦੀ ਜਗ੍ਹਾ ਤੇ ਕਾਰਬਨ ਚੇਨ ਲਿਖ ਦੇਣਾ ਇੱਥੇ। ਠੀਕ ਹੈ, ਕਾਰਬਨ ਚੇਨ, ਕਿਉਂਕਿ ਅਸੀਂ ਚੇਨ ਨੂੰ ਹੀ ਕੰਸੀਡਰ ਕਰ ਰਹੇ ਹਾਂ, ਐਂਡ ਮੈਂ ਚਾਰ ਹੀ ਲੈ ਰਿਹਾ ਇੱਥੇ ਕਿਉਂਕਿ 4 ਕਾਰਬਨਸ ਤੱਕ ਹੀ ਇੰਡਕਟਿਵ ਤੁਹਾਨੂੰ ਸ਼ੋ ਹੋਏਗਾ, 4 ਕਾਰਬਨਸ ਤੋਂ ਬਾਅਦ ਇੰਡਕਟਿਵ ਇਫੈਕਟ ਨਹੀਂ ਸ਼ੋ ਹੁੰਦਾ। ਇਹਦੇ ਵਿੱਚ ਜੇ ਅਸੀਂ ਦੇਖੋ ਕਾਰਬਨ ਨੂੰ ਤੁਸੀਂ ਬੈਲੈਂਸ ਕਰ ਲਿਓ, ਐਂਡ ਮੈਂ ਇੱਥੇ ਕੋਈ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਲਾ ਰਿਹਾ ਤੇ ਹੁਣ ਮੂਵਮੈਂਟ ਦੇਖੋ ਕਿ ਕਾਰਬਨ ਦੇ ਅਗੇਂਸਟ ਹੈ, ਕਿਹੜੀ ਸਾਈਡ ਨੂੰ ਹੋ ਰਹੀ ਹੈ। ਮੈਂ ਇਹਨੂੰ ਥੋੜਾ ਵੱਡਾ ਬਣਾ ਦੇਣਾ ਤਾਂ ਕਿ ਤੁਹਾਨੂੰ ਵਿਜ਼ਿਬਿਲਿਟੀ ਰਵੇ। ਆ ਦੇਖੋ ਕਾਰਬਨ ਵੱਲ ਨੂੰ ਹੋ ਰਹੀ ਹੈ, ਇਹ ਕੀ ਹੋ ਰਹੀ ਹੈ, ਕਾਰਬਨ ਤੋਂ ਅਗੇਂਸਟ ਹੋ ਰਹੀ ਹੈ, ਕਾਰਬਨ ਚੇਨ ਤੋਂ। ਹੁਣ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਬੱਚੇ ਕਿ ਪੋਜ਼ਿਟਿਵ ਇੰਡਕਟਿਵ ਇਫੈਕਟ ਸ਼ੋ ਕਿਹੜੇ ਗਰੁੱਪਸ ਕਰਦੇ ਆ ਜਾਂ ਗਰੁੱਪ ਐਟਮਸ ਕਰਦੇ ਆ। ਸਭ ਤੋਂ ਜ਼ਿਆਦਾ ਜਿਹੜਾ ਇੰਡਕਟਿਵ ਇਫੈਕਟ ਸ਼ੋ ਹੁੰਦਾ, ਸਾਰੇ ਐਲਕਾਈਲ ਜਿਹੜੇ ਹੁੰਦੇ ਆ ਉਹ ਕਿਹੜਾ ਸ਼ੋ ਕਰਦੇ ਨੇ, ਪੋਜ਼ਿਟਿਵ ਇੰਡਕਟਿਵ ਇਫੈਕਟ, ਕਿਉਂਕਿ ਉਹਨਾਂ ਨੂੰ ਅਸੀਂ EDG ਦੇ ਵਿੱਚ ਕਾਊਂਟ ਕਰਦੇ ਹਾਂ, ਕਿ ਅਸੀਂ ਉਹਨਾਂ ਨੂੰ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕਹਿੰਦੇ ਆ। ਹੁਣ ਸਭ ਤੋਂ ਪਹਿਲਾਂ ਕੀ ਆ ਕਿ ਜਿਹੜਾ ਕਾਰਬਨ ਇਸ ਤਰੀਕੇ ਨਾਲ ਲੱਗਾ ਹੋਏ, ਜਿਹਨੂੰ ਤੁਸੀਂ ਟਰਸ਼ਰੀ ਕਾਰਬਨ ਕਹਿ ਸਕਦੇ ਹੋ। ਠੀਕ ਹੈ, ਟਰਸ਼ਰੀ ਜਿਹੜਾ ਹੈਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਡਕਟਿਵ ਇਫੈਕਟ ਦੇਖਣ ਨੂੰ ਮਿਲੇਗਾ। ਫਿਰ ਸਾਨੂੰ CH3H ਐਂਡ ਇਸ ਤਰੀਕੇ ਨਾਲ ਜਿਹੜਾ ਹੋਏਗਾ ਉਹਦੇ ਚ ਥੋੜਾ ਘੱਟ ਦਿਖੇਗਾ। ਫਿਰ ਸਾਡੇ ਕੋਲ ਪ੍ਰਾਇਮਰੀ ਆ ਜਾਏਗਾ ਬੱਚੇ C3CH ਐਂਡ ਇਸ ਸਾਈਡ ਤੋਂ ਅਟੈਚਡ ਹੋਏ ਤੇ, ਐਂਡ ਸਭ ਤੋਂ ਜ਼ਿਆਦਾ ਘੱਟ ਦਾ ਹੋਏਗਾ, ਇਸ ਤੋਂ ਵੀ ਘੱਟ ਹੋਏਗਾ, ਇਸ ਤੋਂ ਘੱਟ ਹੋ ਜਾਏਗਾ CH3 ਦਾ। ਠੀਕ, ਸਾਡੇ ਕੋਲ ਟਰਸ਼ਰੀ ਦਾ ਸਭ ਤੋਂ ਜ਼ਿਆਦਾ ਜਿਹੜਾ ਪੋਜ਼ਿਟਿਵ ਇੰਡਕਟਿਵ ਇਫੈਕਟ ਦਿਖੇਗਾ, ਕਿਉਂਕਿ ਇਹ ਸਭ ਤੋਂ ਜ਼ਿਆਦਾ ਵਧੀਆ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੋਏਗਾ। ਉਸ ਤੋਂ ਮਾੜਾ ਇਹ ਵਾਲਾ ਹੋਏਗਾ ਇਲੈਕਟ੍ਰੋਨ ਡੋਨੇਟਿੰਗ ਗਰੁੱਪ, ਉਸ ਤੋਂ ਮਾੜਾ ਆਹ ਵਾਲਾ ਹੋਊਗਾ, ਤੇ ਸਭ ਤੋਂ ਮਾੜਾ ਐਲਕਾਈਲ ਗਰੁੱਪ ਹੋਊਗਾ। ਜਦੋਂ ਅਸੀਂ ਇਲੈਕਟ੍ਰੋਨ ਵਿਡਰਾਇੰਗ ਗਰੁੱਪਸ ਦੀ ਗੱਲ ਕਰਦੇ ਹਾਂ ਬੱਚੇ, ਉਹਦੇ ਵਿੱਚ ਕੀ ਹੁੰਦਾ, ਸਾਡੇ ਕੋਲੇ ਪੁਆਇੰਟਸ ਹੁੰਦੇ ਆ ਕੁਝ ਮੈਂ ਉੱਤੇ ਲਿਖ ਦਿੰਦਾ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ। ਨੈਗੇਟਿਵ ਇੰਡਕਟਿਵ ਇਫੈਕਟ ਜਿਹੜਾ ਹੈਗਾ
ਉਹਦੇ ਵਿੱਚ ਸਾਡੇ ਕੋਲੇ ਆਰਡਰ ਹੁੰਦਾ ਸਭ ਤੋਂ ਪਹਿਲੋਂ NO2 ਹੁੰਦਾ, ठीक है, नाइट्रो सब तो ज्यादा ये इलेक्ट्रॉन विड्रॉइंग ग्रुप होंदा, स्ट्रॉन्ग विड्रॉइंग ग्रुप होंदा। एंड तुहानू पता ही होएगा, शायद मैं तुहानू पिक्रिक एसिड दी एग्जांपल भी दित्ती सी। एंड सिंजा साडे कोले फिनॉल सी साडे कोले OH लग्या सी, एंड इहदे नाल तुसी सारे पासे NO2 लाते सी। एंड NO2 ने की कीता सी, NO2 ने की कीता सी, NO2 ने ਇੰਨਾ ਕਿ ਜ਼ਿਆਦਾ ਇਲੈਕਟ੍ਰੋਨਸ ਨੂੰ ਖਿੱਚ ਲਿਆ ਹੈ ਕਿ ਆ ਜਦੋਂ NO2 H+ ਇੱਥੋਂ ਰਿਲੀਜ਼ ਹੁੰਦਾ ਸੀ, ਆ ਨੈਗੇਟਿਵ ਜਿਹੜਾ ਚਾਰਜ ਸੀ ਬਹੁਤ ਛੋਟਾ ਹੋ ਜਾਂਦਾ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿੰਨੀ ਇਹਨਾਂ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਘੱਟ ਹੋਏਗੀ, ਉਨਾ ਹੀ ਜ਼ਿਆਦਾ ਇਹ ਐਸਿਡਿਕ ਹੋਏਗਾ। ਇਹਨਾਂ ਦੇ ਵਿੱਚ ਕੀ ਹੈ ਕਿ ਆ ਨੈਗੇਟਿਵ ਚਾਰਜ ਨੂੰ ਇੰਨਾ ਕਿ ਜ਼ਿਆਦਾ ਰੈਜ਼ੋਨੈਂਸ ਚ ਉਹਨੇ ਯੂਜ਼ ਕਰ ਲਿਆ, ਕਿਉਂਕਿ ਇਹ ਇਲੈਕਟ੍ਰੋਨਸ ਨੂੰ ਆਪਣੇ ਵੱਲ ਨੂੰ ਖਿੱਚ ਰਿਹਾ, ਥਾਂ ਨੂੰ ਖਿੱਚ ਰਿਹਾ, ਜਿਹੜਾ ਨੈਗੇਟਿਵ ਚਾਰਜ ਉੱਤੇ ਆ। ਇਸ ਕਰਕੇ ਕੀ ਹੈ ਕਿ H+ ਬਹੁਤ ਛੇਤੀ ਡੋਨੇਟ ਹੋ ਜਾਂਦਾ। ਐਂਡ ਇਹਦੇ ਵਿੱਚ ਤੇ ਕੀ ਆ ਕਿ ਐਕਸਪਲੋਸਿਵ ਦਾ ਵੀ ਕੰਮ ਕਰਦਾ। ਇਸ ਕਰਕੇ ਕੀ ਆ ਕਿ ਸਾਨੂੰ NO2 ਨੂੰ ਸਭ ਤੋਂ ਪਹਿਲੋਂ ਕਿਉਂ ਕੀਤਾ, ਕਿਉਂਕਿ NO2 ਸਭ ਤੋਂ ਜ਼ਿਆਦਾ ਇੰਡਕਟਿਵ ਇਫੈਕਟ ਸ਼ੋ ਕਰਦਾ, ਇਲੈਕਟ੍ਰੋਨ ਵਿਡਰਾਇੰਗ ਗਰੁੱਪ ਵਾਲਾ ਕੰਮ। ਸਭ ਤੋਂ ਸਟਰੋਂਗ ਇਲੈਕਟ੍ਰੋਨ ਮਤਲਬ ਕਿ ਵਿਡਰਾ ਕੌਣ ਕਰਦਾ, NO2, ਜਿਨ੍ਹਾਂ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ ਇੱਥੇ। ਉਸ ਤੋਂ ਬਾਅਦ ਆ ਜਾਂਦਾ ਬੱਚੇ ਸਾਇਨਾਈਡ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ COOH, ਕਿਉਂਕਿ ਦੇਖੋ 2 ਆਕਸੀਜਨ ਲੱਗੇ ਆ, ਠੀਕ ਹੈ, ਐਂਡ ਇਹ ਵੀ ਰੈਜ਼ੋਨੈਂਸ ਕਰਦੇ ਆ। ਇਸ ਕਰਕੇ ਕੀ ਹੈ ਕਿ ਇਹ ਵੀ ਕੀ ਹੈ ਕਿ ਨੈਗੇਟਿਵ ਚਾਰਜ ਨੂੰ ਆਪਣੇ ਵਿੱਚ ਐਡਜ਼ੋਰਬ, ਵਰਡ ਤੇ ਸਹੀ ਨਹੀਂ ਹੋਏਗਾ, ਮਤਲਬ ਆਪਣੇ ਚ ਰਲਾ ਲੈਂਦੇ ਆ, ਪੰਜਾਬੀ ਚ ਆਪਾਂ ਜਿੱਦਾਂ ਸਮਝੇ। ਫਿਰ ਆ ਜਾਂਦਾ ਸਾਡੇ ਕੋਲ ਇਲੈਕਟ੍ਰੋਨੈਗੇਟਿਵ ਐਟਮ, ਜਿਹੜਾ ਕਿ ਫਲੋਰੀਨ ਆ। ਐਂਡ ਆਹ ਚੀਜ਼ ਜ਼ਰੂਰ ਲਾਇਓ, ਇੱਥੇ ਇਹਨੂੰ ਫਲੋਰੀਨ ਨਹੀਂ ਕਵਾਂਗੇ, ਕਿਉਂਕਿ ਇਹਦੇ ਨਾਲ ਬੌਂਡ ਬਣਿਆ ਹੋਇਆ, ਇਹਨੂੰ ਅਸੀਂ ਫਲੋਰਾਈਡ ਕਵਾਂਗੇ, ਠੀਕ ਹੈ। ਇਸ ਤੋਂ ਬਾਅਦ ਕਿਹਦਾ ਨੰਬਰ ਹੁੰਦਾ, ਸਾਡੇ ਕੋਲੇ ਹੁੰਦਾ ਕਲੋਰਾਈਡ ਦਾ, ਕਿਉਂਕਿ ਕਲੋਰਾਈਡ ਵੀ ਕੀ ਹੈ, ਜੁੜਿਆ ਹੋਇਆ। ਜੇ ਕੱਲਾ Cl ਹੋਏਗਾ, ਉਹਨੂੰ ਤੁਸੀਂ ਕਲੋਰੀਨ ਕਹੋਗੇ। ਜੇ ਉਹਦੇ ਨਾਲ ਬੌਂਡ ਬਣਿਆ, ਇੱਥੇ ਅਸੀਂ ਕੀ ਸ਼ੋ ਕਰ ਰਹੇ ਹਾਂ, ਇੱਥੇ ਅਸੀਂ ਸ਼ੋ ਕਰ ਰਹੇ ਹਾਂ ਕਿ ਇਹ ਕਿਸੇ ਨਾਲ ਜੁੜਿਆ ਹੋਇਆ। ਆ ਦੇਖੋ, ਆ ਜੁੜਿਆ ਹੋਇਆ ਨਾਈਟ੍ਰੋਜਨ ਵਾਲੀ ਸਾਈਡ ਤੋਂ, ਆ ਕਾਰਬਨ ਵਾਲੀ ਸਾਈਡ ਤੋਂ, ਆ ਕਾਰਬਨ ਵਾਲੀ ਸਾਈਡ ਤੋਂ। ਆ ਫਲੋਰੀਨ ਸੀ ਪਹਿਲੋਂ, ਲੇਕਿਨ ਜਿੱਦਾਂ ਹੀ ਇਹ ਜੁੜ ਗਿਆ ਤੇ ਇਹ ਫਲੋਰਾਈਡ ਹੋਇਆ, ਕਿਉਂਕਿ ਇਹਦੇ ਉੱਤੇ ਆਕਸੀਡੇਸ਼ਨ ਸਟੇਟ ਆ ਗਈ, ਠੀਕ ਹੈ। ਇਸ ਤੋਂ ਬਾਅਦ ਕੀ ਹੁੰਦਾ ਬੱਚੇ, ਸਾਡੇ ਕੋਲੇ ਇਸੇ ਦੇ ਵਿੱਚ ਇਸ ਤੋਂ ਬਾਅਦ ਬ੍ਰੋਮਾਈਡ ਆ ਜਾਂਦਾ। ਬ੍ਰੋਮਾਈਡ ਤੋਂ ਬਾਅਦ ਉਹਦਾ ਵੱਡਾ ਸਾਈਜ਼ ਕਿਹਦਾ ਹੁੰਦਾ, ਆਇਓਡਾਈਡ ਦਾ, ਐਂਡ ਆਇਓਡਾਈਡ ਆ ਜਾਂਦਾ। ਇਸ ਤੋਂ ਬਾਅਦ ਸਾਡੇ ਕੋਲੇ ਆਇਓਡਾਈਡ ਆ ਜਾਏਗਾ। ਆਇਓਡਾਈਡ ਤੋਂ ਬਾਅਦ ਸਾਡੇ ਕੋਲੇ ਸਭ ਤੋਂ ਜਿਹੜਾ ਲਾਸਟ ਚ ਅਸੀਂ ਲਿਖਦੇ ਹਾਂ, ਜਿਨ੍ਹਾਂ ਨੂੰ ਅਸੀਂ ਯੂਜ਼ ਕਰਨਾ, ਫਿਨੋਕਸੀ ਗਰੁੱਪ, ਫਿਨੋਕਸੀ, ਠੀਕ ਹੈ, ਜਾਂ ਫਿਨੋਕਸਾਈਡ ਆਇਨ ਜਾਂ ਫਿਨੋਕਸੀ ਗਰੁੱਪ ਤੁਸੀਂ ਲਿਖ ਸਕਦੇ ਹੋ ਇੱਥੇ। ਐਂਡ ਦੇਖੋ, ਮੈਂ ਇੱਕ ਵਾਰ ਤੁਹਾਨੂੰ ਰਿਪੀਟ ਕਰ ਦਿੰਦਾ। ਸਭ ਤੋਂ ਪਹਿਲਾਂ NO2, ਫਿਰ CN, ਫਿਰ COOH ਕਾਰਬੋਕਸਿਲਿਕ ਗਰੁੱਪ, ਫਿਰ ਫਲੋਰਾਈਡ, ਕਲੋਰਾਈਡ, ਬ੍ਰੋਮਾਈਡ, ਆਇਓਡਾਈਡ ਤੇ ਫਿਨੋਕਸੀ। ਫਿਨੋਕਸੀ ਤੁਸੀਂ ਕਿਹਨੂੰ ਕਹਿ ਰਹੇ ਹੋ ਬੱਚੇ, ਕਿ ਜਿਹਦੇ ਨਾਲ ਇੱਕ ਬੈਂਜ਼ੀਨ ਰਿੰਗ ਲੱਗੀ ਹੋਈ। ਹੁਣ ਬੈਂਜ਼ੀਨ ਰਿੰਗ ਦੇ ਵਿੱਚ ਕੀ ਹੋ ਰਹੀ ਹੈ, ਐਰੋਮੈਟਿਸਿਟੀ ਮੇਨਟੇਨਡ ਹੋ ਰਹੀ ਹੈ। ਐਰੋਮੈਟਿਸਿਟੀ ਕੀ ਹੈ, ਡੀਲੋਕੇਲਾਈਜੇਸ਼ਨ। ਹੁਣ ਉਹਦੇ ਉੱਤੇ ਜਿੰਨਾ ਵੀ ਚਾਰਜ ਹੋਏਗਾ ਫਿਨੋਕਸਾਈਡ ਆਇਨ ਦੇ ਉੱਤੇ, ਉਹਦੇ ਉੱਤੇ ਕੀ ਹੋਏਗਾ ਕਿ ਉਹ ਆਪਾਂ ਨੂੰ ਅਟਰੈਕਟ ਕਰੇਗਾ। ਕਿਹੜੇ ਤਰੀਕੇ ਨਾਲ ਅਟਰੈਕਟ ਕਰੇਗਾ, ਐਂਡ ਇਹਨੂੰ ਤੁਸੀਂ ਫਿਨੋਕਸੀ ਗਰੁੱਪ ਕਹਿ ਸਕਦੇ ਹੋ। ਮੈਂ ਤੁਹਾਨੂੰ ਇਹਨੂੰ ਬਣਾ ਦਿੰਦਾ, ਤੁਸੀਂ ਕਨਫਿਊਜ਼ ਨਾ ਹੋਇਓ ਕਿ ਕੀ ਚੀਜ਼ ਹੈ। ਉਹਦੇ ਉੱਤੇ ਨੈਗੇਟਿਵ ਆ ਜੋ ਆ ਚੀਜ਼, ਠੀਕ ਹੈ, ਆ ਜੋ ਆ ਚੀਜ਼। ਹੁਣ ਦੇਖੋ, ਆ ਡੀਲੋਕੇਲਾਈਜੇਸ਼ਨ ਹੋ ਰਹੀ ਹੈ, ਜਿਹਨੂੰ ਅਸੀਂ ਐਰੋਮੈਟਿਸਿਟੀ ਦੇ ਵਿੱਚ ਪੜਿਆ ਸੀ। ਹੁਣ ਇਹ ਕੀ ਆ, ਆ ਨੈਗੇਟਿਵ ਚਾਰਜ ਇੱਧਰ ਆਊਗਾ, ਐਂਡ ਇਸ ਨੈਗੇਟਿਵ ਚਾਰਜ ਨੂੰ ਆਪਣੇ ਅੰਦਰ ਮਿਲਾ ਲਿਆ ਜਾਂਦਾ। ਡੀਲੋਕੇਲਾਈਜੇਸ਼ਨ ਦੇ ਵਿੱਚ ਹੈਲਪ ਕਰਦਾ ਇਹ ਨੈਗੇਟਿਵ ਚਾਰਜ, ਐਂਡ ਰੈਜ਼ੋਨੈਂਸ ਦੇ ਵਿੱਚ ਹੈਲਪ ਕਰਦਾ। ਇਸ ਕਰਕੇ ਕੀ ਹੈ ਕਿ ਆ ਨੈਗੇਟਿਵ ਚਾਰਜ ਇੱਕ ਤਰੀਕੇ ਦਾ ਇਲੈਕਟ੍ਰੋਨਸ ਨੂੰ ਪੁੱਲ ਕਰਨ ਵਾਲਾ ਸਿਸਟਮ ਤਿਆਰ ਕਰ ਦਿੰਦਾ। ਇਸੇ ਕਰਕੇ ਸਾਡੇ ਕੋਲੇ ਇਹ ਵੀ ਕਿਹਦੇ ਚ ਆਉਂਦਾ, ਇਹ ਸਾਡੇ ਕੋਲੇ ਆਉਂਦਾ ਨੈਗੇਟਿਵ ਇੰਡਕਟਿਵ ਇਫੈਕਟ ਦੇ ਵਿੱਚ। ਨੈਕਸਟ ਇਫੈਕਟ ਜਿਹੜਾ ਆਉਂਦਾ ਬੱਚੇ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਥੋੜੇ ਪੜਾਉਣਾ ਚਾਹੁੰਦਾ ਕਿ ਜਿੱਦਾਂ ਤੁਸੀਂ ਦੇਖੋਗੇ, ਮੈਂ ਥੋੜਾ ਜਿਹਾ ਨਾ ਤੁਹਾਨੂੰ ਥੋੜਾ ਜਿਹਾ ਆਪਣੀ ਸਿਲੇਬਸ ਤੋਂ ਹਟ ਕੇ ਇੱਕ ਚੀਜ਼ ਸਮਝਾਉਣਾ ਚਾਹੁੰਦਾ ਕਿ ਰਿਐਕਸ਼ਨਸ ਦੇ ਵਿੱਚ ਕਿੱਦਾਂ ਯੂਜ਼ ਹੋਊਗਾ। ਹੁਣ ਰਿਐਕਸ਼ਨਸ ਦੇ ਵਿੱਚ ਬੱਚੇ ਇਹਨੇ ਕਿੱਦਾਂ ਯੂਜ਼ ਹੋਣਾ, ਮੈਂ ਤੁਹਾਨੂੰ ਦੱਸਦਾ ਕਿ ਜੇ ਕੋਈ ਵੀ ਕਾਰਬਨ ਆ, ਉਹਦੇ ਨਾਲ 3 ਮਿਥਾਈਲ ਗਰੁੱਪਸ ਉਸੇ ਕਾਰਬਨ ਨਾਲ ਲੱਗੇ ਤੇ ਉਹਨੂੰ ਅਸੀਂ ਟਰਸ਼ਰੀ ਕਹਿੰਦੇ, ਜਿੱਦਾਂ ਅਸੀਂ ਇੱਥੇ ਐਕਸਪਲੇਨ ਕੀਤਾ ਸੀ। ਹੁਣ ਤੁਸੀਂ ਦੇਖੋ ਕਿ ਕਾਰਬਨ CH3 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 Cl, ਕਾਰਬਨ CH3 CH3 ਹਾਈਡ੍ਰੋਜਨ ਐਂਡ Cl, ਕਾਰਬਨ
CH3H H and Cl, ਕਾਰਬਨ ਹਾਈਡਰੋਜਨ 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 ਐਂਡ Cl। ਤੁਸੀਂ ਦੇਖੋ ਸਾਡੇ ਕੋਲੇ 4 ਬਣੇ, ਵੈਸੇ ਹੁੰਦੇ 3 ਆ ਕਿਉਂਕਿ ਅਸੀਂ ਇਹਨਾਂ ਨੂੰ ਪ੍ਰਾਇਮਰੀ ਕਵਾਂਗੇ। ਆ ਪ੍ਰਾਇਮਰੀ ਹੋ ਗਏ, ਆ ਕੀ ਹੋ ਗਿਆ, ਦਿਸ ਵਨ ਇਜ਼ ਸੈਕੰਡਰੀ, ਦਿਸ ਵਨ ਇਜ਼ ਟਰਸ਼ਰੀ। ਠੀਕ ਹੈ, ਕਿਉਂਕਿ ਦੇਖੋ ਇੱਕ ਕਾਰਬਨ ਨਾਲ 3 ਜੁੜੇ ਹੋਏ ਆ ਐਲਕਾਈਲ ਗਰੁੱਪਸ। ਹੁਣ ਇੱਥੇ ਅਸੀਂ ਇੰਡਕਟਿਵ ਇਫੈਕਟ ਕੀ ਰੋਲ ਪਲੇ ਕਰਦਾ ਬੱਚੇ, ਇੰਡਕਟਿਵ ਇਫੈਕਟ ਇਹ ਰੋਲ ਪਲੇ ਕਰਦਾ ਡਿਊ ਟੂ ਇਲੈਕਟ੍ਰੋਨੈਗੇਟਿਵਿਟੀ। ਸਾਨੂੰ ਵੀ ਪਤਾ ਕਿ ਆਹ ਕਲੋਰੀਨ ਜਿਹੜਾ ਹੈਗਾ, ਆਹ ਕਲੋਰੀਨ ਹੈ ਜਿਹੜਾ, ਇਹਨੇ ਇੰਡਕਟਿਵ ਇਫੈਕਟ ਸ਼ੋ ਕਰਨਾ। ਐਂਡ ਇੰਡਕਟਿਵ ਇਫੈਕਟ ਕੀ ਸੀ, ਡਿਸਪਲੇਸਮੈਂਟ ਆਫ ਸਿਗਮਾ ਇਲੈਕਟ੍ਰੋਨਸ। ਹੁਣ ਸਿਗਮਾ ਇਲੈਕਟ੍ਰੋਨਸ ਕੀ ਹੁੰਦੇ ਆ ਕਿ ਕਲੋਰੀਨ ਵੱਲ ਨੂੰ ਸ਼ਿਫਟ ਹੋ ਗਏ, ਇਸੇ ਤਰੀਕੇ ਨਾਲ ਇਹਦੇ ਚ ਹੋ ਗਏ, ਇਸੇ ਤਰੀਕੇ ਨਾਲ ਇਹਦੇ ਚ ਹੋ ਗਏ, ਇਸੇ ਤਰੀਕੇ ਨਾਲ ਇਹਦੇ ਚ ਹੋ ਗਏ, ਕਿਉਂਕਿ ਸਾਰੇ ਪਾਸੇ ਕਾਰਬਨ ਐਂਡ ਕਲੋਰੀਨ ਦਾ ਇਹ ਬੌਂਡ ਆ। ਲੇਕਿਨ ਸਟੋਰੀ ਉਦੋਂ ਬਦਲਦੀ ਹੈ ਬੱਚੇ ਜਦੋਂ ਅਸੀਂ ਇਹਨਾਂ ਨੂੰ ਹਟਾ ਦਿੰਨੇ ਆ, ਕਿਉਂਕਿ ਆਹ ਦੇਖੋ ਇਹਦੇ ਜਿਹੜੇ 2 ਇਲੈਕਟ੍ਰੋਨ ਇਹਨੇ ਕਾਰਬਨ ਨੇ ਸ਼ੇਅਰ ਕੀਤੇ ਸੀ ਇੱਥੇ, ਉਹ ਜੇ ਕਲੋਰੀਨ ਵੱਲ ਨੂੰ ਚਲ ਜਾਂਦੇ ਆ ਐਂਡ ਕਲੋਰੀਨ ਨੂੰ ਉਹ ਕਲੋਰਾਈਡ ਬਣਾ ਦਿੰਦੇ ਆ, ਕਲੋਰਾਈਡ ਵੱਲ ਨੂੰ ਚਲ ਜਾਂਦੇ ਆ। ਇੱਥੋਂ ਕੀ ਆ ਵੀ 2 ਇਲੈਕਟ੍ਰੋਨ ਲੈ ਕੇ ਚਲੇ ਜਾਂਦਾ, ਆ ਵੀ 2 ਇਲੈਕਟ੍ਰੋਨ ਲੈ ਕੇ ਚਲੇ ਜਾਂਦਾ। ਠੀਕ ਹੈ, ਤੇ ਸਾਡੇ ਸਾਹਮਣੇ ਕੀ ਹੈ, ਪਿੱਛੇ ਕੀ ਬਚਦਾ ਬੱਚੇ, ਆ ਚੀਜ਼ ਇੱਥੋਂ ਨਿਕਲ ਗਈ Cl ਨੈਗੇਟਿਵ ਦੇ ਰੂਪ ਚ, ਆ ਚੀਜ਼ ਇੱਥੋਂ ਨਿਕਲ ਗਈ Cl ਨੈਗੇਟਿਵ ਦੇ ਰੂਪ ਚ, ਆ ਚੀਜ਼ ਇੱਥੋਂ ਨਿਕਲ ਗਈ Cl ਨੈਗੇਟਿਵ ਦੇ ਰੂਪ ਚ। ਹੁਣ ਜੇ ਇੱਥੋਂ Cl ਨੈਗੇਟਿਵ ਨਿਕਲੇਗਾ ਤੇ ਕਾਰਬਨ ਕੋਲੋਂ ਤੇ ਜਿਹੜਾ ਬੌਂਡ ਬਣਾਇਆ ਸੀ ਉਹ ਵਾਲੇ ਇਲੈਕਟ੍ਰੋਨਸ ਵੀ ਲੈ ਗਿਆ, ਇਸ ਕਰਕੇ ਕਾਰਬਨ ਦੇ ਉੱਤੇ ਕੀ ਆ ਜੂਗੀ, ਇਲੈਕਟ੍ਰੋਨ ਡੈਫੀਸ਼ੀਐਂਸੀ। ਇਸ ਕਰਕੇ ਇੱਥੇ ਕਿਹੜਾ ਚਾਰਜ ਆ ਜਾਊਗਾ, ਪੋਜ਼ਿਟਿਵ। ਇਸ ਤੇ ਕਿਹੜਾ ਚਾਰਜ ਆ ਜਾਊਗਾ, ਪੋਜ਼ਿਟਿਵ। ਇਸ ਤੇ ਕਿਹੜਾ ਚਾਰਜ ਆ ਜਾਊਗਾ, ਪੋਜ਼ਿਟਿਵ। ਐਂਡ ਸੇਮ ਇਨ ਦਿਸ ਕੇਸ। ਲੇਕਿਨ ਹੁਣ ਤੁਸੀਂ ਦੇਖੋ ਕਿ ਹੁਣ ਜਿੱਦਾਂ ਇਸ ਕਾਰਬਨ ਦੇ ਉੱਤੇ ਇਸ ਤਰੀਕੇ ਨਾਲ ਪੋਜ਼ਿਟਿਵ ਚਾਰਜ ਹੁੰਦਾ, ਇਹਨੂੰ ਅਸੀਂ ਕੀ ਕਹਿੰਦੇ ਆ, ਦਿਸ ਇਜ਼ ਨੋਨ ਐਸ ਕਾਰਬਾਕੈਟਾਇਨ। ਕੀ ਕਹਿੰਦੇ ਇਹਨੂੰ ਅਸੀਂ, ਕਾਰਬਾਕੈਟਾਇਨ, ਕਾਰਬਾਕੈਟਾਇਨ। ਠੀਕ ਹੈ, ਜਾਂ ਇਹਨੂੰ ਕਾਰਬੋਕੈਟਾਇਨ ਲਿਖ ਲਓ ਤੁਸੀਂ, ਕਾਰਬੋਕੈਟਾਇਨ ਇਜ਼ ਐਗਜ਼ੈਕਟ वर्ड। कार्बोकैटायन आ गया, ठीक है, कार्बोकैटायन बन गया, लेकिन ये टर्शरी सी, इस करके टर्शरी कार्बोकैटायन हो गया। ये किहड़ा कार्बोकैटायन बन गया, ये बन गया सेकेंडरी। एंड दीज टू आर प्राइमरी कार्बोकैटायंस, दीज टू आर प्राइमरी कार्बोकैटायंस। लेकिन साडे कोले सब तो पहली गल आउंदी आ कि सब तो आसानी नाल किहड़ा कार्बोकैटायन बनेगा, क्योंकि स्टेबिलिटी दा ऑर्डर की है। ਹੁਣ ਜਿਹੜੀ ਚੀਜ਼ ਇਹਨਾਂ ਚੋਂ ਜਿਹੜਾ ਕਾਰਬੋਕੈਟਾਇਨ ਸਟੇਬਲ ਨਹੀਂ ਹੋਏਗਾ ਉਹ ਤੁਹਾਨੂੰ ਅੱਗੇ ਰਿਐਕਸ਼ਨਸ 'ਚ ਵੀ ਦੇਖਣ ਨੂੰ ਨਹੀਂ ਮਿਲੇਗਾ। ਫੋਰ ਐਗਜ਼ਾਮਪਲ ਮੰਨ ਲਓ ਕਿ ਤੁਸੀਂ ਕੋਈ ਰਿਐਕਸ਼ਨ ਕਰ ਰਹੇ ਹੋ, ਠੀਕ ਹੈ, ਕੋਈ ਵੀ ਰਿਐਕਸ਼ਨ ਆ, ਤੁਹਾਡੇ ਸਾਹਮਣੇ ਇੱਕ ਤੇ ਆਹ ਕਾਰਬੋਕੈਟਾਇਨ ਬਣ ਕੇ ਆ ਰਿਹਾ, ਇੱਕ ਆਹ ਕਾਰਬੋਕੈਟਾਇਨ ਬਣ ਕੇ ਆ ਰਿਹਾ, ਐਂਡ ਤੁਸੀਂ ਦੇਖੋਗੇ ਕਿ ਆਹ ਨਹੀਂ ਬਣੇਗਾ, ਉਹਨੂੰ ਡਿਸਕਾਰਡ ਹੀ ਕਰ ਦੋ ਕਿ ਆਹ ਚੀਜ਼ ਤੇ ਰਿਐਕਸ਼ਨ ਹੋ ਹੀ ਨਹੀਂ ਸਕਦਾ, ਇਸ ਤੇ ਹੋ ਸਕਦਾ। ਠੀਕ ਹੈ, ਇਸ ਤੇ ਰਿਐਕਸ਼ਨ ਹੋਏਗਾ ਲੇਕਿਨ ਇਸ ਤੇ ਨਹੀਂ ਹੋਏਗਾ। ਇਸ ਚੀਜ਼ ਨੂੰ ਥੋੜਾ ਧਿਆਨ ਚ ਰੱਖਣਾ। ਐਂਡ ਤੁਸੀਂ ਦੇਖੋ ਅਸੀਂ ਇੰਡਕਟਿਵ ਇਫੈਕਟ ਨੂੰ ਸਟੱਡੀ ਕੀਤਾ ਤੇ ਇੰਡਕਟਿਵ ਇਫੈਕਟ ਕਿੰਨਾ ਰੋਲ ਪਲੇ ਕਰ ਰਿਹਾ। ਇੱਥੇ ਦੇਖੋ ਇਲੈਕਟ੍ਰੋਨ ਡੈਫੀਸ਼ੀਐਂਸੀ, ਜਦੋਂ ਪੋਜ਼ਿਟਿਵ ਚਾਰਜ ਇੱਥੇ ਆ ਗਿਆ ਤੇ ਆਹ ਐਲਕਾਈਲ ਗਰੁੱਪ ਕੀ ਹੈ, ਇਲੈਕਟ੍ਰੋਨ ਡੋਨੇਟਿੰਗ ਗਰੁੱਪ, ਇਹਨੇ ਕੀ ਕੀਤਾ ਕਿ ਇਹਦੀ ਡੈਫੀਸ਼ੀਐਂਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਤਰੀਕੇ ਨਾਲ ਇਹਨੇ ਵੀ ਇਲੈਕਟ੍ਰੋਨ ਡੈਫੀਸ਼ੀਐਂਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਤਰੀਕੇ ਨਾਲ ਇਹਨੇ ਵੀ ਇਲੈਕਟ੍ਰੋਨ ਡੈਫੀਸ਼ੀਐਂਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਬੱਚਿਆ ਰੈੱਡ ਪੈਨ ਨਾਲ ਜਿਹੜਾ ਲਿਖਦਾ ਉਹਦੀ ਵਿਜ਼ਿਬਿਲਿਟੀ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਤੁਹਾਨੂੰ? ਓਕੇ ਓਕੇ, ਹੁਣ ਇੱਥੇ ਕੀ ਹੈ, ਸਾਡੇ ਕੋਲ 3 ਐਲਕਾਈਲ ਗਰੁੱਪਸ ਨੇ ਜਿਹੜੇ ਇਸ ਮਤਲਬ ਕਿ ਅਸੀਂ ਕਹਿ ਸਕਦੇ ਹਾਂ, ਜਿੱਦਾਂ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਕਹਿ ਦਿੰਦੇ ਕਿ ਇਹਦੇ ਕੋਲੇ ਭੁੱਖ ਆ, ਮਤਲਬ ਕਿ ਇਹ ਭੁੱਖਾ ਵਾ, ਇਲੈਕਟ੍ਰੋਨਸ ਦਾ ਭੁੱਖਾ। ਲੇਕਿਨ ਇਲੈਕਟ੍ਰੋਨਸ ਦੀ ਭੁੱਖ ਨੂੰ ਖਤਮ ਕਰਨ ਵਾਸਤੇ ਇੱਥੇ 3 ਜਣੇ ਇਹਨੂੰ ਬੈਠੇ ਆ ਜਿਹੜੇ ਹੈਲਪ ਕਰ ਸਕਣ। ਆ ਵੀ ਹੈਲਪ ਕਰ ਰਿਹਾ, ਆ ਵੀ ਹੈਲਪ ਕਰ ਰਿਹਾ, ਆ ਵੀ ਹੈਲਪ ਕਰ ਰਿਹਾ। ਇਹਦੀ ਸਟੇਬਿਲਿਟੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਕਿਉਂਕਿ ਇਹਦੇ ਉੱਤੇ ਜਿਹੜੀ ਪੋਜ਼ਿਟਿਵ ਚਾਰਜ ਸੀ ਉਹ ਬਹੁਤ ਘਟ ਗਿਆ, ਕਿਉਂਕਿ ਉਹ ਬਹੁਤ ਘਟ ਗਿਆ। ਇਹਨਾਂ ਨੇ ਕਾਫੀ ਹੱਦ ਤੱਕ ਉਹਨੂੰ ਰਿਡਿਊਸ ਕਰਤਾ, ਇਲੈਕਟ੍ਰੋਨ ਡੈਫੀਸ਼ੀਐਂਸੀ ਨੂੰ ਆਪਣੇ ਵੱਲੋਂ ਹੀ ਇਲੈਕਟ੍ਰੋਨਸ ਦੇ ਕੇ, ਸਿਗਮਾ ਇਲੈਕਟ੍ਰੋਨਸ ਦੇ। ਇਹਦੇ ਵਿੱਚ ਕੀ ਆ, ਇਹਦੇ ਚ ਕਮੀ ਕੀ ਹੈ ਕਿ ਇਹਦੇ ਚ 2 ਹੀ ਜਾਣੇ ਭੁੱਖ ਰੋਟੀ ਖਾਣ ਵਾਲੇ ਨੇ, ਇਸ ਕਰਕੇ ਇਹਦੇ ਚ ਵੀ ਘਟਿਆ ਲੇਕਿਨ ਉਹਨਾਂ ਨਹੀਂ ਘਟਿਆ। ਇਹਦੇ ਚ ਕੀ ਹੈ ਕਿ ਸਿਰਫ ਇੱਕ ਜਣਾ ਹੀ ਭੁੱਖੇ ਨੂੰ ਰੋਟੀ ਖਾਣ ਵਾਲਾ, ਇਸ ਕਰਕੇ ਇਹਦੇ ਚ ਚਾਰਜ ਜਿਹੜਾ ਇਲੈਕਟ੍ਰੋਨ ਡੈਫੀਸ਼ੀਐਂਸੀ ਉਹ ਵੱਡੀ ਹੀ ਰਹੇਗੀ। ਮੈਂ ਇਹਨੂੰ ਥੋੜਾ ਜਿਹਾ ਸਾਈਜ਼ ਦੇ ਹਿਸਾਬ ਨਾਲ ਕਰ ਦਿੰਦਾ। ਇਹਦੇ ਸਭ ਤੋਂ ਛੋਟਾ ਕਾਰਬੋਕੈਟਾਇਨ ਮਤਲਬ ਕਿ ਚਾਰਜ ਜਿਹੜੇ ਇਲੈਕਟ੍ਰੋਨ ਡੈਫੀਸ਼ੀਐਂਸੀ ਸਭ ਤੋਂ ਘੱਟ ਇਹਦੇ ਚ, ਉਸ ਤੋਂ ਜ਼ਿਆਦਾ ਇਹਦੇ ਚ, ਉਸ ਤੋਂ ਜ਼ਿਆਦਾ ਇਹਦੇ ਚ,
एंड सब तो ज्यादा किहदे च दिख रही है तुहानू, इलैक्ट्रॉन डेफिशिएंसी इहदे च। इस करके जे तुहानू सारे कार्बोकटाइन, क्योंकि इत्थे इहनू भुखे नू रोटी खाने वाला कोई भी नहीं है, इस करके ये बहुत ही ज्यादा अनस्टेबल होएगा एंड ये तुहानू देखण नू किते नहीं मिलेगा। जे तुहाडे कोले कोई रिएक्शन है भी एंड इनू असीं SN1 एंड SN2 टाइप दे रिएक्शंस जदों करांगे उदों मैं तुहानू एक्सप्लेन करूंगा कि रिएक्शंस नू किद्दां चेंज कर दिंदा, ठीक है, किद्दां चेंज कर दिंदा इंडक्टिव इफेक्ट, ठीक है। मैं चलो तुहानू एक एग्जांपल दे ही देना, एग्जांपल नाल अंडरस्टैंड कराउणा ताकि तुहानू समझ लगे। बच्चे आ समझ लग गया? हुण असीं SN1 एंड SN2 रिएक्शंस मैं तुहानू टाइम तो पहलों ही कराउण लगा एंड वो समझाउण वास्ते इंडक्टिव इफेक्ट सब तो बेस्ट आ तुहानू पता लग गया, ठीक है, पता लग गया बच्चे? यस ओके, हुण मैं तुहानू ना एक रिएक्शन दसदा, एक रिएक्शन दसदा फॉर एग्जांपल कि रिएक्शंस नू किद्दां ये मॉडिफाई कर दिंदे आ कार्बोकटाइन्स दी स्टेबिलिटी। फॉर एग्जांपल मेरे कोले इत्थे CH3 एंड BRC, ठीक है, एंड इहदा मैं रिएक्शन करवाउणा सी HCN दे नाल, ठीक है। दूजे पासे मेरे कोले प्राइमरी कार्बोकटाइन सी जिहदे विच मैनू BR दिख रही सी एंड सेम ही सी HCN दे नाल रिएक्शन कराया आपां इहदा। देखो हुण तुसीं देखो कि इत्थे आ दोवें डिफरेंट रिएक्शंस ने, एक दे विच मैं की कीता टर्शरी एल्काइल हैलाइड लिया, इहदे विच मैं प्राइमरी एल्काइल हैलाइड लिया, क्योंकि एल्काइल ग्रुप दे नाल हैलोजन लगा तो उहनूं असीं एल्काइल हैलाइड कह दांगे। इत्थे मैं की कीता एल्काइल ग्रुप दे नाल एक हैलाइड लगा, इस करके मैं इहनूं टर्शरी एल्काइल हैलाइड कहता, इहनूं मैं प्राइमरी एल्काइल हैलाइड कहता। हुण देखो असीं स्टेबिलिटी किहड़ी चीज दी चेक कीती सी, मैं कहा सी कि आ अपने वाल नूं इलैक्ट्रॉन पेयर खिंचूगा एंड इहने की फॉर्म कीता, इहने साडे सामने फॉर्म कीता CH3 एंड इहदे उत्ते की आ गया पॉजिटिव चार्ज, क्योंकि ब्रोमीन ने ब्रोमाइड बन गया अपने उत्ते नेगेटिव चार्ज ले लिया, ठीक है। एंड तुहानू भी पता है कि HCN दे विच CN दे उत्ते नेगेटिव एंड H दे उत्ते पॉजिटिव चार्ज हुंदा। हुण तुहानू भी पता बच्चे कि असीं आयन एक्सचेंज इत्थे कर सकदे एक तरीके नाल। हुण इत्थे जिहड़ा HCN दे विच CN नेगेटिव सी, इहने की करना सिंपली आके इत्थे अटैच हो जाना। इहदा मतलब की होया कि साडा पहले केस दे विच दो स्टेप्स बने, दिस वन इज फर्स्ट स्टेप, पहला स्टेप फर्स्ट स्टेप, ठीक है। दूजे स्टेप दे विच सानू की आ कि साइनाइड आयन जिहड़ा हैगा वो की कर रहा आके इधर नूं मूव करके जुड़ूगा। दूजे स्टेप दे विच साडे कोले सेकंड स्टेप दे विच की हो रहा, रिएक्शन हो रहा CH3 एंड पॉजिटिव आ सी साइनाइड आके जिद्दां ही इहदे नाल नेगेटिव जोड़िया, ये की कीता एक दूजे नूं न्यूट्रलाइज करता। मैं इहनूं ना लाल पेन नाल ला देना ताकि तुहानूं भुल्ले भी ना, ये न्यूट्रलाइज हो गया एंड C दे नाल सीधा ही साइनाइड आयन जुड़ गया। लेकिन इत्थे की हो रहा साडे कोल, हुण जे असीं इत्थे भी इस तरीके नाल बनाउने आ कि ब्रोमाइड आयन बनदा ते साडे कोले पिछे किहड़ा कार्बोकटाइन बनदा, कार्बोकटाइन साडे कोले बनदा H पॉजिटिव विच इज नॉट स्टेबल, ये स्टेबल ही नहीं हैगा ते बनेगा किदां। इस करके जिहड़ा आ रिएक्शन सी असीं ये नहीं सोच सकदे, क्योंकि साडे कोले देखो कार्बोकटाइन टर्शरी कार्बोकटाइन आए, मैं इत्थे लिख देना टर्शरी कार्बोकटाइन विच इज स्टेबल, टर्शरी कार्बोकटाइन स्टेबल सी और रिएक्शन दा इंटरमीडिएट बन भी सकदा, लेकिन आ ते स्टेबल ही नहीं हैगा। जे स्टेबल ही नहीं हैगा एंड स्टेबिलिटी इहदी किहदे तो आ रही है, ड्यू टू इंडक्टिव इफेक्ट, ड्यू टू व्हाट, ड्यू टू इंडक्टिव इफेक्ट। हुण इत्थे देखो इन्ने भी इनू दे दिता इलेक्ट्रॉन पेयर, सिग्मा इलेक्ट्रॉन शिफ्ट करते, इन्ने भी सिग्मा इलेक्ट्रॉन शिफ्ट करते, इधर नू डिस्प्लेसमेंट करती एंड ये पॉजिटिव चार्ज घट गया। इहदा मतलब कि इहदे उत्ते इलेक्ट्रॉन डेफिशिएंसी घट आ, जिहदे करके स्टेबल रह सकदा। लेकिन इस केस ते कोई इलेक्ट्रॉन डोनेटिंग ग्रुप है ही नहीं, इस करके स्टेबल नहीं हो सकता, इस करके ये साडे कोले फॉर्म नहीं होएगा। लेकिन हुण देखो कि जिहड़ा पहला रिएक्शन साडा फर्स्ट एंड सैकंड स्टेप च होया सी, मैं तुहानूं दसदा बच्चे
ਜਦੋਂ ਰਿਐਕਸ਼ਨ ਸਟੈਪਸ ਚ ਹੁੰਦਾ ਉਦੋਂ ਅਸੀਂ ਰੇਟ ਆਫ ਰਿਐਕਸ਼ਨ ਕਹਿੰਦੇ ਆ ਕਿ ਕਿੰਨੀ ਛੇਤੀ ਨਾਲ ਪ੍ਰੋਡਕਟ ਫਾਰਮ ਹੋ ਰਿਹਾ, ਕਿੰਨੇ ਟਾਈਮ ਚ ਹੋ ਰਿਹਾ। ਐਂਡ ਰੇਟ ਆਫ ਰਿਐਕਸ਼ਨ ਜਿਹੜਾ ਹੁੰਦਾ ਉਹ ਕਿਹੜੀ ਚੀਜ਼ ਦੇ ਉੱਤੇ ਡਿਪੈਂਡ ਕਰਦਾ, ਇਟ ਆਲਵੇਜ਼ ਡਿਪੈਂਡ ਅਪਨ ਦਾ ਸਲੋ ਸਟੈਪ। ਇਹਦਾ ਮਤਲਬ ਆ ਸਾਡਾ ਫਸਟ ਸਟੈਪ ਸੀ ਜਿਹੜਾ ਇਹ ਸਲੋ ਸੀ, ਇਹਦਾ ਮਤਲਬ ਸਾਡਾ ਰੇਟ ਆਫ ਰਿਐਕਸ਼ਨ ਸਿਰਫ ਤੇ ਸਿਰਫ ਕਿਤੇ ਡਿਪੈਂਡ ਕਰ ਰਿਹਾ ਕਿ ਐਲਕਾਈਲ ਹੈਲਾਈਡ ਚੋਂ ਬ੍ਰੋਮਾਈਡ ਕਿੰਨੀ ਛੇਤੀ ਨਾਲ ਟੁੱਟ ਰਿਹਾ ਐਂਡ ਕਾਰਬਾਕਟਾਇਨ ਕਿੰਨੀ ਆਸਾਨੀ ਨਾਲ ਫਾਰਮ ਹੋ ਰਿਹਾ। ਕਿਉਂਕਿ ਇੱਥੇ ਟਰਸ਼ਰੀ ਕਾਰਬਾਕਟਾਇਨ ਇਜ਼ ਸਟੇਬਲ, ਜੇ ਸਟੇਬਲ ਆ ਤੇ ਬ੍ਰੋਮਾਈਡ ਆਇਨ ਇੱਥੋਂ ਛੱਡ ਕੇ ਵੀ ਜਾ ਸਕਦਾ। ਹੁਣ ਦੇਖੋ ਮੰਨ ਲਓ ਕਿ ਤੁਸੀਂ ਕਿਸੇ ਛੱਤ ਦੇ ਕੋਨੇ ਨਾਲ ਲਟਕੇ ਪਏ ਜੋ, ਠੀਕ ਹੈ, ਐਂਡ ਜੇ ਤੁਹਾਡੇ ਹੁਣ ਤੁਸੀਂ ਲਟਕੇ ਜੋ ਹੱਥਾਂ ਨਾਲ ਫੜਿਆ ਹੋਇਆ, ਹੁਣ ਜੇ ਤੁਹਾਨੂੰ ਪੈਰ ਰੱਖਣ ਨੂੰ ਥੱਲੇ ਜਗ੍ਹਾ ਨਹੀਂ ਮਿਲੂਗੀ ਤੁਸੀਂ ਉਦੋਂ ਤੱਕ ਹੱਥ ਨਹੀਂ ਨਾ ਛੱਡੋਗੇ, ਇਹੀ ਸਟੇਬਿਲਿਟੀ ਹੁੰਦੀ ਆ। ਜੇ ਹੁਣ ਆ ਸਟੇਬਲ ਹੋਏਗਾ ਫੇਰ ਹੀ ਇਹ ਬ੍ਰੋਮੀਨ ਨੂੰ ਆਪਣੇ ਤੋਂ ਛੱਡੇਗਾ, ਇਸ ਕੇਸ 'ਚ ਸਟੇਬਲ ਨਹੀਂ ਹੈ, ਇਹਨੇ ਬ੍ਰੋਮੀਨ ਨੂੰ ਛੱਡਣਾ ਹੀ ਨਹੀਂ। ਇਸ ਕਰਕੇ ਇਹਦਾ ਰਿਐਕਸ਼ਨ ਦਾ ਮੈਕੈਨਿਜ਼ਮ ਟੋਟਲੀ ਹੀ ਡਿਫਰੈਂਟ ਹੋ ਜਾਂਦਾ। ਕਿੱਦਾਂ ਹੋ ਜਾਂਦਾ? ਡਿਊ ਟੂ ਲੈਕ ਆਫ ਇੰਡਕਟਿਵ ਇਫੈਕਟ। ਇਹ ਕੀ ਕਰ ਰਿਹਾ ਹੁਣ, ਇਹਦੇ ਨਾਲ ਜਿਹੜੇ ਹਾਈਡਰੋਜਨ ਜੁੜੇ ਨੇ ਉਹ ਕੁਝ ਇਸ ਤਰੀਕੇ ਨਾਲ ਜੁੜੇ ਨੇ ਐਂਡ ਇਹਦੇ ਨਾਲ ਕੀ ਆ ਕਿ ਬ੍ਰੋਮਾਈਡ ਵੀ ਇਸ ਤਰੀਕੇ ਨਾਲ ਜੁੜਿਆ। ਹੁਣ ਹੋ ਕੀ ਰਿਹਾ ਕਿ ਸਾਇਨਾਈਡ ਨੈਗੇਟਿਵ ਜਿਹੜਾ ਹੈਗਾ ਇਹ ਅਟੈਕ ਕਰਦਾ ਇਹਦੇ ਤੇ, ਲੇਕਿਨ ਇਹਦੇ 'ਚ ਇੱਕ ਟ੍ਰਾਂਜੀਸ਼ਨ ਫੇਸ ਬਣਦਾ, ਕਾਰਬਾਕਟਾਇਨ ਨਹੀਂ ਫਾਰਮ ਹੋਏਗਾ ਕਿਉਂਕਿ ਇਹ ਸਟੇਬਲ ਹੀ ਨਹੀਂ ਹੈਗਾ। ਇਸ ਕਰਕੇ ਇਹ ਕਾਰਬਾਕਟਾਇਨ ਕਿਤੇ ਵੀ ਤੁਹਾਨੂੰ ਰਿਐਕਸ਼ਨਸ 'ਚ ਨਹੀਂ ਦਿਖੇਗਾ। ਹੁਣ ਹੋ ਕੀ ਰਿਹਾ ਕਿ ਇਧਰਲੇ ਪਾਸੇ ਮੈਂ ਸਿੱਧਾ ਇੱਥੇ ਸਾਇਨਾਈਡ ਲਾ ਦੇਣਾ। ਹੁਣ ਇੱਥੇ ਹੋ ਇਹ ਰਿਹਾ ਕਿ ਆਹ ਬ੍ਰੋਮਾਈਡ ਆਇਨ ਜਿਹੜਾ ਹੈਗਾ ਇਹ ਇਧਰੋਂ ਟੁੱਟਦਾ, ਠੀਕ ਹੈ, ਇਹ ਇੱਥੋਂ ਟੁੱਟਦਾ, ਜਿੱਦਾਂ ਹੀ ਟੁੱਟਦਾ ਐਂਡ ਇਹ ਨਹੀਂ ਹੈ ਕਿ ਪਹਿਲੋਂ ਟੁੱਟੂਗਾ ਤੇ ਫਿਰ ਸਾਇਨਾਈਡ ਲੱਗੂਗਾ, ਨਹੀਂ, ਇਧਰੋਂ ਸਾਇਨਾਈਡ ਜਿੱਦਾਂ ਹੀ ਇਹਦੇ ਨੇੜੇ ਆਉਣ ਲੱਗਦਾ ਇਹ ਹੌਲੀ ਹੌਲੀ ਦੂਰ ਜਾਣ ਲੱਗਦਾ ਐਂਡ ਦਿਸ ਇਜ਼ ਨੋਨ ਐਸ ਟ੍ਰਾਂਜੀਸ਼ਨ ਫੇਸ, ਕਿ ਇੱਕ ਚੀਜ਼ ਇਹਦੇ ਚੋਂ ਨਿਕਲ ਗਈ ਐਂਡ ਦੂਜੀ ਚੀਜ਼ ਆ ਕੇ ਜੁੜ ਗਈ, ਕਿਉਂਕਿ ਇਹਦਾ ਕਾਰਬਾਕਟਾਇਨ ਸਟੇਬਲ ਹੀ ਨਹੀਂ ਹੈਗਾ। ਐਂਡ ਸਟੇਬਿਲਿਟੀ ਕਿਉਂ ਤੁਸੀਂ ਦੱਸ ਸਕਦੇ ਹੋ? ਵਨ ਥਿੰਗ ਇਜ਼ ਕਿ ਜੇ ਤੇ ਪੋਜ਼ਿਟਿਵ ਚਾਰਜ ਆ ਗਿਆ, ਜਿੱਦਾਂ ਮੈਂ ਤੁਹਾਨੂੰ ਹਾਈਪਰ ਕੰਜੂਗੇਟਸ ਦੱਸੇ ਜਦੋਂ ਸੀਰਤ ਨਹੀਂ ਆਈ ਕਲਾਸ 'ਚ, ਉਦੋਂ ਮੈਂ ਤੁਹਾਨੂੰ ਦੱਸਿਆ ਕਿ ਹਾਈਪਰ ਕੰਜੂਗੇਟਸ, ਹੁਣ ਪੋਜ਼ਿਟਿਵ ਚਾਰਜ ਦੇ ਨਾਲ ਜਿਹੜਾ ਕਾਰਬਨ ਆ ਇਹਦੇ ਨਾਲ ਜਿਹੜੇ ਕਾਰਬਨਸ ਨੇ ਉਹਨਾਂ ਦੇ ਉੱਤੇ ਕੀ ਹੈ, ਇਧਰ ਦੇਖੋ 3 3 3 9 ਹਾਈਪਰ ਕੰਜੂਗੇਟ ਨੇ। 9 ਹਾਈਪਰ ਕੰਜੂਗੇਟ ਮੀਨਸ ਬਹੁਤ ਜ਼ਿਆਦਾ ਸਟੇਬਲ ਆ ਐਂਡ ਜੇ ਇਹਦੇ ਤੋਂ ਤੁਸੀਂ ਬ੍ਰੋਮਾਈਡ ਆਇਨ ਕੱਢ ਲੈਂਦੇ ਜੋ ਤੇ ਇਹਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਂਦਾ ਤੇ ਇਹਦੇ ਨਾਲ ਤੇ ਕੋਈ ਐਲਫਾ ਕਾਰਬਨ ਹੀ ਨਹੀਂ ਹੈਗਾ ਤੇ ਐਲਫਾ ਹਾਈਡਰੋਜਨ ਕਿੱਥੋਂ ਆਏਗਾ? ਇਸ ਕਰਕੇ ਬਿਲਕੁਲ ਸਟੇਬਲ ਨਹੀਂ ਹੁੰਦਾ ਹਾਈਪਰ ਕੰਜੂਗੇਸ਼ਨ ਦੇ ਰਿਸਪੈਕਟਿਵਲੀ ਵੀ ਐਂਡ ਇੰਡਕਟਿਵ ਇਫੈਕਟ ਦੇ ਹਿਸਾਬ ਨਾਲ ਵੀ। ਇਸ ਕਰਕੇ ਕੀ ਆ ਕਿ ਇਹ ਕੀ ਹੁੰਦਾ, ਆ ਸਾਰੇ ਦਾ ਸਾਰਾ ਰਿਐਕਸ਼ਨ ਇਨ ਅ ਸਿੰਗਲ ਸਟੈਪ ਹੁੰਦਾ। ਹੁਣ ਦੇਖੋ ਤੁਸੀਂ ਸਿੰਗਲ ਸਟੈਪ 'ਚ ਰਿਐਕਸ਼ਨ ਹੋਇਆ, ਅਸੀਂ ਹੁਣ ਕੀ ਕਰਾਂਗੇ ਕਿ ਰੇਟ ਜਿਹੜਾ ਹੈਗਾ, ਰੇਟ ਆਫ ਰਿਐਕਸ਼ਨ ਜਿਹੜਾ ਹੈਗਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਕਿਹੜੀ ਕਿਹੜੀ ਚੀਜ਼ ਉੱਤੇ? ਕੰਸੰਟ੍ਰੇਸ਼ਨ ਆਫ ਦਿਸ, ਇਹਦੀ ਕੰਸੰਟ੍ਰੇਸ਼ਨ ਐਂਡ ਇਹਦੀ ਕੰਸੰਟ੍ਰੇਸ਼ਨ, ਠੀਕ ਹੈ। ਐਂਡ ਕੰਸੰਟ੍ਰੇਸ਼ਨ ਲਈ ਅਸੀਂ ਕੀ ਕਰਦੇ ਹਾਂ ਕਿ ਸਕੁਅਰ ਬ੍ਰੈਕਟ ਦੇ ਵਿੱਚ ਕੰਸੰਟ੍ਰੇਸ਼ਨ ਲਿਖਦੇ ਹਾਂ। ਸਕੁਅਰ ਬ੍ਰੈਕਟ ਲਿਖ ਕੇ ਅਸੀਂ ਕਹਾਂਗੇ ਐਲਕਾਈਲ ਹੈਲਾਈਡ, ਠੀਕ ਹੈ, ਐਂਡ HCl ਦੋਵਾਂ ਦੀ ਕੰਸੰਟ੍ਰੇਸ਼ਨ ਦੇ ਉੱਤੇ ਇਹ ਡਿਪੈਂਡ ਕਰ ਰਿਹਾ। ਇਸ ਕਰਕੇ ਇਹਦੀ ਜਿਹੜੀ ਇਹ ਇੱਕ ਤਰੀਕੇ ਦਾ ਸਬਸਟੀਟਿਊਸ਼ਨ ਰਿਐਕਸ਼ਨ ਹੈ, ਕਿਉਂਕਿ ਤੁਸੀਂ ਦੇਖੋ ਬ੍ਰੋਮਾਈਡ ਨੂੰ ਕੱਢ ਕੇ ਇੱਥੇ ਸਾਇਨਾਈਡ ਲਾ ਰਹੇ ਜੋ, ਇਸ ਕਰਕੇ ਅਸੀਂ ਕੀ ਕਹਿੰਦੇ ਆ ਸਬਸਟੀਟਿਊਸ਼ਨ ਬਾय ਨਿਊਕਲੀਓਫਾਈਲ, ਠੀਕ ਹੈ, ਸਬਸਟੀਟਿਊਸ਼ਨ ਬਾय ਨਿਊਕਲੀਓਫਾਈਲ ਤੇ ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ, ਇਸ ਕਰਕੇ ਇਹਨੂੰ SN2 ਰਿਐਕਸ਼ਨ ਕਹਿੰਦੇ ਆ, ਠੀਕ ਹੈ। ਇਨ ਦਿਸ ਕੇਸ rate of reaction depends only upon slow step। slow step ਦੇ ਵਿੱਚ ਕੀ ਸੀ, ਇਹਦਾ ਮਤਲਬ ਕਿ ਇਹਦਾ ਰੇਟ ਕਿਹੜੀ ਚੀਜ਼ ਉੱਤੇ ਡਿਪੈਂਡ ਕਰੇਗਾ? ਇਹਦਾ ਰੇਟ ਡਿਪੈਂਡ ਕਰੇਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੇ ਨਾਲ ਹੋਏਗਾ? ਕੰਸੰਟ੍ਰੇਸ਼ਨ ਆਫ ਐਲਕਾਈਲ ਹੈਲਾਈਡ। ਹੁਣ ਜਦੋਂ ਸਾਡੇ ਕੋਲੇ ਇੱਥੇ ਵੀ ਸਬਸਟੀਟਿਊਸ਼ਨ ਹੋ ਰਹੀ ਹੈ, ਇੱਥੇ ਵੀ ਸਬਸਟੀਟਿਊਸ਼ਨ ਹੋ ਰਹੀ ਹੈ, ਇੰਡਕਟਿਵ ਇਫੈਕਟ ਨੇ ਕੀ ਕੀਤਾ? ਰਿਐਕਸ਼ਨ ਦਾ ਮੈਕੈਨਿਜ਼ਮ ਹੀ ਚੇਂਜ ਕਰਕੇ ਰੱਖਤਾ। ਹੁਣ ਸਾਡੇ ਕੋਲੇ ਇੱਥੇ ਕੀ ਆ, ਇੱਥੇ ਸਾਡੇ ਕੋਲੇ ਡਿਫਰੈਂਟ ਤਰੀਕੇ ਨਾਲ ਹੋਇਆ ਕਿਉਂਕਿ ਇਹ ਕਾਰਬਾਕਟਾਇਨ ਸਟੇਬਲ ਸੀ ਲੇਕਿਨ ਇਹਦਾ ਪ੍ਰਾਇਮਰੀ ਕਾਰਬਾਕਟਾਇਨ ਇਜ਼ ਨਾਟ ਸਟੇਬਲ, ਦੈਟਸ ਵਾਈ ਇਟ ਇਜ਼ ਨਾਟ ਫਾਰਮਿੰਗ ਇਨ ਦ ਰਿਐਕਸ਼ਨ ਐਜ਼ ਅ ਇੰਟਰਮੀਡੀਏਟ ਦੇ ਤਰੀਕੇ ਨਾਲ ਇਹ ਨਹੀਂ ਫਾਰਮ ਹੋਏਗਾ। ਇਸ ਕਰਕੇ ਇਹਨੂੰ ਦੂਜਾ ਮੈਕੈਨਿਜ਼ਮ ਤਿਆਰ ਕਰਨਾ ਪਿਆ ਕਿ ਇੱਕ ਟ੍ਰਾਂਜੀਸ਼ਨ ਫੇਸ 'ਚ ਆਇਆ ਕਿ ਬ੍ਰੋਮਾਈਡ ਹੌਲੀ ਹੌਲੀ ਨਿਕਲ ਰਿਹਾ ਐਂਡ ਸਾਇਨਾਈਡ ਹੌਲੀ ਜੁੜ ਰਿਹਾ ਐਂਡ ਇਹਦੇ 'ਚ ਇੱਕ ਹੀ ਸਟੈਪ ਸੀ ਲੇਕਿਨ ਇੱਕ ਸਟੈਪ 'ਚ ਦੋਵਾਂ ਦੀ ਹੀ ਕੰਸੰਟ੍ਰੇਸ਼ਨ ਇੰਪੋਰਟੈਂਟ ਸੀ, HCN ਦੀ ਵੀ ਐਂਡ ਐਲਕਾਈਲ ਹੈਲਾਈਡ ਦੀ ਵੀ। ਇਸ ਕਰਕੇ ਅਸੀਂ ਦੋਵਾਂ ਦੇ ਉੱਤੇ ਇਹਦਾ ਰੇਟ ਆਫ ਰਿਐਕਸ਼ਨ ਡਿਪੈਂਡੈਂਟ ਕਰਾਇਆ। ਅਸੀਂ ਕਿਹਾ ਕਿ ਸਬਸਟੀਟਿਊਸ਼ਨ ਦਾ ਰਿਐਕਸ਼ਨ ਆ ਜਿਹਦੇ ਵਿੱਚ ਅਸੀਂ ਬ੍ਰੋਮਾਈਡ ਨੂੰ ਚੇਂਜ ਕਰਕੇ ਸਾਇਨਾਈਡ ਲਾ ਰਹੇ, ਇੱਕ ਨੂੰ ਹਟਾ ਕੇ ਦੂਜੀ ਚੀਜ਼ ਲਾ ਰਹੇ, ਸਬਸਟੀਟਿਊਸ਼ਨ ਰਿਐਕਸ਼ਨ ਆ ਬਾय ਨਿਊਕਲੀਓਫਾਈਲ। ਹੁਣ ਨੈਗੇਟਿਵ ਚਾਰਜ ਹੈ ਇੱਥੇ, ਇਹਦਾ ਮਤਲਬ ਕੀ ਹੈ? ਨਿਊਕਲੀਅਸ ਲਵਿੰਗ ਆ, ਇਸ ਕਰਕੇ ਬਾय ਨਿਊਕਲੀਓਫਾਈਲ।
लेकिन रेट ऑफ रिएक्शन डिपेंडिंग अपॉन बोथ द रिएक्टेंट्स, दैट्स व्हाई इट इज SN2 रिएक्शन। इस करके ਨੂੰ ਅਸੀਂ ਕੀ ਕਹਾਂਗੇ SN2 ਰਿਐਕਸ਼ਨ। ਲੇਕਿਨ ਇਸ ਕੇਸ 'ਚ ਕੀ ਹੋ ਰਿਹਾ, ਇਸ ਕੇਸ 'ਚ ਅਸੀਂ ਕਹਿ ਰਹੇ ਹਾਂ ਕਿ ਪਹਿਲੋਂ ਐਲਕਾਈਲ ਹਲਾਈਡ ਆਪਣੇ ਆਪ ਵਿੱਚੋਂ ਹੈਲੋਜਨ ਨੂੰ ਕੱਢਦਾ ਐਂਡ ਟਰਸ਼ਰੀ ਕਾਰਬਾਕਟਾਇਨ ਨੂੰ ਫਾਰਮ ਕਰਦਾ, ਵਿਚ ਇਜ਼ ਫਸਟ ਸਟੈਪ, ਵਿਚ ਇਜ਼ ਸਲੋ ਸਟੈਪ। ਦੂਜੇ ਕੇਸ ਦੇ ਵਿੱਚ ਕੀ ਹੁੰਦਾ ਕਿ HCN ਜਿਹੜਾ ਹੈਗਾ ਉਹਦੇ ਚੋਂ ਸਾਇਨਾਈਡ ਜਿਹੜਾ ਉਹ ਅਟੈਕ ਕਰਦਾ ਕਾਰਬਾਕਟਾਇਨ ਤੇ ਇੱਥੇ ਜੁੜ ਜਾਂਦਾ, ਆ ਪੋਜ਼ਿਟਿਵ ਨੈਗੇਟਿਵ ਖਤਮ ਹੋਏ ਐਂਡ ਇਸ ਤਰੀਕੇ ਨਾਲ ਇੱਥੇ ਜੁੜ ਗਿਆ। ਦਿਸ ਇਜ਼ ਆਲਸੋ ਸਬਸਟੀਟਿਊਸ਼ਨ, ਕਿਉਂਕਿ ਤੁਸੀਂ ਬ੍ਰੋਮਾਈਡ ਨੂੰ ਹਟਾ ਕੇ ਸਾਇਨਾਈਡ ਲਾਤਾ, ਸਬਸਟੀਟਿਊਸ਼ਨ। ਲੇਕਿਨ ਸਾਡੇ ਕੋਲੇ ਸਬਸਟੀਟਿਊਸ਼ਨ ਕਿਹਦੇ ਨਾਲ ਹੋ ਰਹੀ ਹੈ, CN ਦੇ ਉੱਤੇ ਨੈਗੇਟਿਵ ਚਾਰਜ ਆ, ਇਸ ਕਰਕੇ ਨੈਗੇਟਿਵ ਚਾਰਜ ਕਿਹਦੇ ਵੱਲ ਨੂੰ ਜਾਊਗਾ, ਪੋਜ਼ਿਟਿਵ ਵੱਲ ਨੂੰ। ਜੋ ਪੋਜ਼ਿਟਿਵ ਵੱਲ ਨੂੰ ਜਾਊਗਾ ਤੇ ਅਸੀਂ ਉਹਨੂੰ ਕੀ ਕਵਾਂਗੇ, ਨਿਊਕਲੀਓਫਾਈਲ। ਇਹ ਨਿਊਕਲੀਓਫਾਈਲ ਦੇ ਨਾਲ ਹੋਈ। ਲੇਕਿਨ ਸਾਡਾ ਜਿਹੜਾ ਰੇਟ ਆਫ ਰਿਐਕਸ਼ਨ ਆ ਉਹ ਕਿਤੇ ਡਿਪੈਂਡ ਹੋਏਗਾ, ਸਲੋ ਸਟੈਪ ਦੇ ਉੱਤੇ। ਇਸ ਕਰਕੇ ਇਹਨੂੰ ਅਸੀਂ SN1 ਰਿਐਕਸ਼ਨ ਐਂਡ SN2 ਰਿਐਕਸ਼ਨ। ਐਂਡ ਇਹ ਹੋਇਆ ਕਿਉਂ ਬੱਚੇ, ਤੁਸੀਂ ਆਪ ਦੇਖੋ ਕਿ ਇੰਡਕਟਿਵ ਇਫੈਕਟ ਨੇ ਕਿੰਨਾ ਇੰਪੋਰਟੈਂਟ ਰੋਲ ਪਲੇ ਕੀਤਾ ਇੱਥੇ, ਸਾਡੇ ਦੋਵਾਂ ਰਿਐਕਸ਼ਨਸ ਦੇ ਮੈਕੈਨਿਜ਼ਮ ਨੂੰ ਹੀ ਚੇਂਜ ਕਰਕੇ। ਇਸ ਕਰਕੇ ਮੈਂ ਕਹਿ ਰਿਹਾ ਕਿ ਜਿੰਨੇ ਵੀ ਇਫੈਕਟਸ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸਮਝਣਾ, ਅੰਡਰਸਟੈਂਡ ਕਰਨਾ, ਐਂਡ ਇਸ ਤੋਂ ਬਾਅਦ ਆਪਾਂ ਇਲੈਕਟ੍ਰੋਮੈਰਿਕ ਇਫੈਕਟ ਨੂੰ ਸਟਾਰਟ ਕਰ ਰਹੇ ਹਾਂ। ਇੱਥੇ ਤੱਕ ਬੱਚੇ ਕੋਈ ਪ੍ਰੋਬਲਮ ਤੁਹਾਨੂੰ? ਹੁਣ ਬੱਚੇ ਜੇ ਅਸੀਂ ਇਹਨਾਂ ਦੋਵਾਂ ਐਗਜ਼ਾਮਪਲਸ ਦੀ ਗੱਲ ਕਰਦੇ ਹਾਂ ਬੱਚੇ, ਹੁਣ ਸਾਡੇ ਕੋਲ ਇੱਥੇ ਕੀ ਆ, ਸਾਡੇ ਕੋਲੇ 4 ਕਾਰਬਨ ਨੇ, ਇੱਥੇ ਵੀ ਸਾਡੇ ਕੋਲੇ 4 ਕਾਰਬਨਸ ਨੇ। ਇੱਥੇ ਕੀ ਆ, ਹੈਲੋਜਨ ਜੁੜਿਆ ਹੋਇਆ, ਹੈਲੋਜਨ ਅਟੈਚਡ, ਇੱਥੇ ਵੀ ਹੈਲੋਜਨ ਅਟੈਚਡ, ਠੀਕ ਹੈ। ਲੇਕਿਨ ਹੁਣ ਜੇ ਤੁਸੀਂ ਕਹੋਗੇ ਕਿ ਆਹ ਕਿਹੜਾ ਰਿਐਕਸ਼ਨ ਦੇਗਾ ਤੇ ਆਹ ਕਿਹੜਾ ਰਿਐਕਸ਼ਨ ਦੇਗਾ, ਹੁਣ ਤੁਸੀਂ ਦੇਖੋ ਕਿ ਇੱਥੋਂ ਜੇ ਇਹਨਾਂ ਦੋਵਾਂ ਨੂੰ ਅਸੀਂ ਕੰਪੇਅਰ ਕਰਾਂਗੇ ਤੇ ਪਹਿਲੋਂ ਕੀ ਕਰੂਗਾ, ਆਹ ਵਾਲਾ ਰਿਐਕਸ਼ਨ ਦਊਗਾ। ਕਿਉਂਕਿ ਇੱਥੇ ਕੀ ਆ, ਜਦੋਂ ਆਹ ਬੌਂਡ ਹਟੇਗਾ ਤੇ ਤੁਹਾਡੇ ਕੋਲੇ ਕੀ ਬਣੇਗਾ, ਇਹ ਪੋਜ਼ਿਟਿਵ ਚਾਰਜ ਆਇਆ ਐਂਡ ਦਿਸ ਇਜ਼ ਫਾਰਮਿੰਗ ਟਰਸ਼ਰੀ ਕਾਰਬੋਕੇਟਾਇਨ, ਠੀਕ ਹੈ। ਲੇਕਿਨ ਇੱਥੇ ਜਦੋਂ ਇਹ ਹਟੇਗਾ, ਤੁਹਾਡੇ ਕੋਲੇ ਕੀ ਆ, ਮੈਂ ਹਾਈਡਰੋਜਨ ਨੂੰ ਓਪਨ ਕਰਨ ਲੱਗਾ ਬੱਚੇ, ਇੱਕ ਹਾਈਡਰੋਜਨ ਥੱਲੇ ਆ, ਇੱਕ ਹਾਈਡਰੋਜਨ ਉੱਤੇ ਆ, ਇੱਥੇ ਪੋਜ਼ਿਟਿਵ ਚਾਰਜ ਆ ਗਿਆ ਐਂਡ ਦਿਸ ਇਜ਼ ਫਾਰਮਿੰਗ ਪ੍ਰਾਇਮਰੀ ਕਾਰਬੋਕੇਟਾਇਨ।